ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਤੁਮਰੀ ਕਿਰਪਾ ਤੇ ਜਪੀਐ ਨਾਉ, ਤੁਮਰੀ ਕਿਰਪਾ ਤੇ ਦਰਗਹ ਥਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ 'ਤੇ ਜਗਤ ਗੁਰੂ ਹਾਜ਼ਰਾਂ ਹਜ਼ੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ 'ਚ ਜੁੜ ਕੇ ਸਤਿਗੁਰੂ ਜੀ ਦੀ ਰੱਬੀ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਵੱਲੋਂ ਚਲਾਈ ਗਈ ਮਰਿਆਦਾ ਅਨੁਸਾਰ ਗੁਰਦੇਵ ਦੀ ਪਾਵਨ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਜੋ ਸਤਿਗੁਰਾਂ ਦੀ ਬਾਣੀ ਦੀ ਕਥਾ ਦੀ ਮਰਿਆਦਾ ਹੈ, ਉਸ ਮਰਿਆਦਾ ਤਹਿਤ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਮਹਾਰਾਜ ਜੀ ਦੀ ਦਇਆ ਮਿਆ ਨਾਲ ਇਸ ਸਥਾਨ 'ਤੇ ਚੱਲ ਰਹੀ ਹੈ। ਗੌੜੀ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਹਨ। ਸਤਿਗੁਰਾਂ ਦੇ ਪਾਵਨ ਦਰਬਾਰ ਦੇ ਗ੍ਰੰਥੀ ਸਿੰਘ ਜੀ ਪਾਸੋਂ, ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਆਓ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ। ਸਤਿਗੁਰਾਂ ਦੀ ਬਾਣੀ ਦੀ ਵਿਚਾਰ ਬ੍ਰਹਮ ਦੀ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੈ, ਅਕਾਲ ਪੁਰਖ ਦੀ ਵਿਚਾਰ ਹੈ। ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਗੁਰਬਾਣੀ ਨਿਰੰਕਾਰ ਦਾ ਸਵਰੂਪ ਹੈ, ਅਕਾਲ ਪੁਰਖ ਦਾ ਸਵਰੂਪ ਹੈ। ਇਸ ਕਰਕੇ ਗੁਰਬਾਣੀ ਦੀ ਕਥਾ ਨਿਰੰਕਾਰ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਇਸੇ ਕਥਾ ਨੂੰ ਉੱਤਮ ਕਹਿੰਦਿਆਂ ਪਾਤਸ਼ਾਹ ਨੇ ਕਿਹਾ, ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਇਹ ਸਭ ਤੋਂ ਉੱਤਮ ਹੈ ਹਰੀ ਦੀ ਕਥਾ, ਪਰਮੇਸ਼ਰ ਦੀ ਕਥਾ। ਕਥਾਵਾਂ ਤਾਂ ਹੋਰ ਵੀ ਬਹੁਤ ਪ੍ਰਕਾਰ ਦੀਆਂ ਸੰਸਾਰ ਵਿੱਚ ਕਥੀਆਂ ਜਾਂਦੀਆਂ, ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਕਥਾਵਾਂ ਕਹੀਆਂ ਜਾਂਦੀਆਂ, ਪਰ ਦੁਨੀਆਂ ਦੀਆਂ ਜਿੰਨੀਆਂ ਕਥਾਵਾਂ ਹਨ ਸਭ ਤੋਂ ਉੱਤਮ ਕਥਾ ਸਤਿਗੁਰਾਂ ਦੀ ਬਾਣੀ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ,  ਮਹੱਲਾ ਪੰਜਵਾ।
ਤੁਮਰੀ ਕਿਰਪਾ ਤੇ ਜਪੀਐ ਨਾਉ। ਗੌੜੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 192 ਅੰਗ ਤੇ ਸ਼ੋਭਨੀਕ ਹੈ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਨਮੁਖ ਬੇਨਤੀ ਰੂਪ ਵਿੱਚ ਇਹ ਬਚਨ ਉਚਾਰਦੇ ਹਨ। ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਨਾਲ ਹੀ ਤੁਹਾਡਾ ਨਾਮ ਜਪੀਦਾ ਹੈ। ਬਿਨਾਂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਤੋਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ। ਉਹਦੀ ਕਿਰਪਾ ਹੋਈ ਤੇ ਸਾਨੂੰ ਇਹ ਮਨੁੱਖੀ ਜਾਮੇ ਦੀ, ਇਸ ਮਨੁੱਖੀ ਜਨਮ ਦੀ ਪ੍ਰਾਪਤੀ ਹੋਈ। ਅਕਾਲ ਪੁਰਖ ਦੀ ਕਿਰਪਾ ਨਾਲ ਸਾਨੂੰ ਇਹ ਮਾਨਵੀ ਸਰੀਰ ਪ੍ਰਾਪਤ ਹੋਇਆ। ਅਨੇਕ ਪ੍ਰਕਾਰ ਦੇ ਸੁੱਖ ਸਾਧਨ, ਅਨੇਕ ਪ੍ਰਕਾਰ ਦੀਆਂ ਵਸਤੂਆਂ ਖਾਣ ਨੂੰ, ਪੁੰਚਣ ਨੂੰ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਇਹ ਉਹਦੀ ਕਿਰਪਾ ਹੈ। ਜਦੋਂ ਵੀ ਅਸੀਂ ਨਾਮ ਜਪਣਾ ਹੈ, ਨਾਮ ਜਪਣ ਵੇਲੇ ਵਾਹਿਗੁਰੂ 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 ਕਹਿਣ ਵੇਲੇ ਕਿਤੇ ਸਾਡੇ ਹਿਰਦੇ 'ਚ ਇਹ ਸੂਖਸ਼ਮ ਹਉਮੈ ਨਾ ਜਾਗ ਪਵੇ ਕਿ ਮੈਂ ਜਪ ਰਿਹਾ ਹਾਂ, ਮੈਂ ਨਾਮ ਧਿਆ ਰਿਹਾ ਹਾਂ। ਉਸ ਸੂਖਸ਼ਮ ਹਉਮੈ ਨੂੰ ਹਿਰਦੇ 'ਚੋਂ ਕੱਢਣ ਵਾਸਤੇ ਹਿਰਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ, ਮਹਾਰਾਜ ਮੇਰੇ ਵੱਸ ਨਹੀਂ ਕਿ ਮੈਂ ਤੁਹਾਡਾ ਨਾਮ ਜਪ ਸਕਾਂ, ਮੇਰੇ ਅਖਤਿਆਰ ਨਹੀਂ ਕਿ ਮੈਂ ਤੁਹਾਡੇ ਨਾਮ ਦੀ ਆਰਾਧਨਾ ਕਰ ਸਕਾਂ। ਜੇ ਇਹ ਨਾਮ ਜਪ ਰਹੇ ਹਾਂ ਤਾਂ ਮਹਾਰਾਜ ਇਹ ਤੁਹਾਡੀ ਕਿਰਪਾ ਹੈ। ਗੁਰਸਿੱਖ ਜਦੋਂ ਅੰਮ੍ਰਿਤ ਵੇਲੇ ਅੱਖ ਖੋਲ੍ਹਦਾ ਹੈ ਤਾਂ ਮਨ 'ਚ ਇਹ ਬਿਰਤੀ ਨਹੀਂ ਹੁੰਦੀ ਕਿ ਮੈਂ ਉੱਠਿਆ ਹਾਂ। ਅੱਖ ਖੋਲ੍ਹਦਿਆਂ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੈ, ਹੇ ਗੁਰੂ ਨਾਨਕ ਸਾਹਿਬ ਆਪ ਜੀ ਦੀ ਕਿਰਪਾ ਹੋਈ, ਆਪ ਜੀ ਨੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਨੇ। ਇਸ਼ਨਾਨ ਪਾਨ ਕਰੇ ਤੇ ਤਾਂ ਵੀ ਇਹੀ ਭਾਵਨਾ ਹੁੰਦੀ, ਸਤਿਗੁਰਾਂ ਦੀ ਦਇਆ ਮਾਇਆ ਸਦਕਾ, ਗੁਰਦੇਵ ਦੀ ਕਿਰਪਾ ਸਦਕਾ ਇਸ਼ਨਾਨ ਪਰਸੇ ਹਨ। ਗੁਰਬਾਣੀ ਪੜ੍ਹਨ ਵਾਸਤੇ ਬੈਠੇ ਤਾਂ ਵੀ ਇਹੀ ਦਿਲੀ ਖੁਆਹਿਸ਼ ਹੁੰਦੀ, ਮਹਾਰਾਜ ਤੁਹਾਡੀ ਕਿਰਪਾ ਨਾਲੇ ਗੁਰਬਾਣੀ ਆਪ ਜੀ ਨੇ ਦਇਆ ਕਰਕੇ ਪੜ੍ਹਵਾਈ ਹੈ। ਚੱਲ ਕੇ ਗੁਰੂ ਘਰ ਵਿੱਚ ਆਵੇ, ਸਤਿਗੁਰਾਂ ਦੇ ਦਰਸ਼ਨ ਕਰੇ, ਕਥਾ ਸੁਣੇ, ਕੀਰਤਨ ਸੁਣੇ, ਕਿਸੇ ਵੀ ਪ੍ਰਕਾਰ ਦੀ ਸੇਵਾ ਕਰੇ। ਮਨ 'ਚ ਇਹੀ ਇੱਛਾ ਹੁੰਦੀ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਸਭ ਕੁਝ ਹੋ ਰਿਹਾ ਹੈ। ਬਿਨਾਂ ਤੁਹਾਡੀ ਕਿਰਪਾ ਤੋਂ ਤੁਹਾਡਾ ਨਾਮ ਜਪਿਆ ਹੀ ਨਹੀਂ ਜਾ ਸਕਦਾ। ਆਪ ਜੀ ਦੇ ਨਾਮ ਦੀ ਆਰਾਧਨਾ ਕਰਦੇ ਹੀ ਉਹ ਨੇ ਮਹਾਰਾਜ ਜਿਨ੍ਹਾਂ 'ਤੇ ਤੁਹਾਡੀ ਕਿਰਪਾ ਹੋਵੇ। ਸੂਫੀ ਸੰਤ ਇਹ ਗੱਲ ਕਹਿੰਦੇ ਹਨ, ਜਦੋਂ ਉਹਨਾਂ ਦੇ ਹਿਰਦੇ 'ਚੋਂ ਪਰਮੇਸ਼ਰ ਦੀ ਯਾਦ ਨਿਕਲਦੀ ਹੈ ਤੇ ਉਹਦੇ ਆਰਾਧਨ ਦੇ ਵਿੱਚ ਉਹ ਜੁੜਦੇ ਨੇ, ਤਾਂ ਉਹ ਇਹ ਨਹੀਂ ਕਹਿੰਦੇ ਕਿ ਸਾਨੂੰ ਉਸ ਪਰਮੇਸ਼ਰ ਦੀ ਯਾਦ ਆ ਰਹੀ ਹੈ। ਉਹ ਕਹਿੰਦੇ ਸਾਨੂੰ ਖੁਦਾਬੰਦ ਕਰੀਮ ਪਰਮੇਸ਼ਰ ਯਾਦ ਕਰ ਰਿਹਾ। ਕਹਿੰਦੇ ਜੀ ਇਹ ਕਿਵੇਂ ਕਹਿ ਸਕਦੇ ਹੋ ਵੀ ਖੁਦਾ ਨੇ ਯਾਦ ਕੀਤਾ? ਕਹਿੰਦੇ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਸਾਨੂੰ ਉਹਦੀ ਯਾਦ ਆ ਰਹੀ ਹੈ। ਸਾਡੇ ਅੰਦਰ ਇਹ ਜ਼ੋਰ ਨਹੀਂ, ਸਾਡੇ ਅੰਦਰ ਇਹ ਤਾਣ ਨਹੀਂ ਕਿ ਅਸੀਂ ਉਹਨੂੰ ਚੇਤੇ ਕਰ ਸਕੀਏ, ਯਾਦ ਕਰ ਸਕੀਏ। ਉਹਦੀ ਕਿਰਪਾ ਨਾਲ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ। ਇਸ ਕਰਕੇ ਗੁਰਬਾਣੀ 'ਚ ਬਾਰੰਬਾਰ ਸਤਿਗੁਰਾਂ ਨੇ ਸਾਨੂੰ ਬੇਨਤੀ ਕਰਨ ਵਾਸਤੇ ਹੁਕਮ ਕੀਤਾ ਹੈ ਕਿ ਆਪਣੇ ਗੁਰਦੇਵ ਦੇ ਸਨਮੁਖ ਬਾਰੰਬਾਰ ਆ ਕੇ ਬੇਨਤੀ ਕਰਦਿਆਂ ਕਹਿਣਾ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਮਹਾਰਾਜ ਸਾਡੇ 'ਤੇ ਦਇਆ ਕਰੋ, ਤੁਮ ਕਰੋ ਦਇਆ ਮੇਰੇ ਸਾਈਂ। ਮਹਾਰਾਜ ਸਾਡੇ 'ਤੇ ਦਇਆ ਕਰੋ, ਕਿਰਪਾ ਕਰੋ ਕਿ ਅਸੀਂ ਆਪ ਜੀ ਦੇ ਅੰਮ੍ਰਿਤ ਨਾਮ ਦੀ ਸਾਧਨਾ ਕਰ ਸਕੀਏ। ਰੋਜ਼ਾਨਾ ਅਰਦਾਸ ਤੋਂ ਪਹਿਲਾਂ ਮਹਾਰਾਜ ਜੀ ਦੇ ਪਾਵਨ ਬਚਨ ਅਸੀਂ ਰਸਨਾ ਤੋਂ ਪੜ੍ਹਦੇ ਹਾਂ। ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਮਹਾਰਾਜ ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਉਹਦੇ ਵਿੱਚ ਕਨੇਰੇ ਸੁੱਖ ਆਣ ਵਰਤਦੇ ਹਨ। ਕਿੰਨੇ ਕੁ ਸੁੱਖ ਕਿ ਉਹਨਾਂ ਸੁੱਖਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਦਇਆ ਕਰੋ। ਇਹੀ ਮੰਗ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਗੁਰਸਿੱਖ ਨੇ ਕਰਨੀ ਹੈ। ਆਪਣੇ ਜਪ ਤਪ ਦੀ ਘਾਲਣਾ ਦਾ ਫਲ ਨਹੀਂ ਮੰਗਣਾ ਕਿ ਮਹਾਰਾਜ ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਏ ਹੈ,
ਇਹਦੇ ਬਦਲੇ ਵਜੋਂ ਮੈਨੂੰ ਆਹ ਕਿਰਪਾ ਕਰਕੇ ਫਲ ਦੇ ਦਿਓ, ਜਾਂ ਇੰਨੇ ਪਾਠ ਸੁਖਮਣੀ ਸਾਹਿਬ ਦੇ ਪੜ੍ਹ ਲਏ ਨੇ, ਜਾਂ ਇੰਨਾ ਜਾਪ ਮੂਲ ਮੰਤਰ ਦਾ ਕਰ ਲਿਆ, ਤੇ ਬਦਲੇ ਵਿੱਚ ਮੈਨੂੰ ਇਹ ਫਲ ਦੇ ਦਿਓ। ਜਿੰਨੀ ਬਾਣੀ ਪੜ੍ਹੋ, ਜਿੰਨਾ ਭਜਨ ਕਰੋ, ਜਿੰਨੀ ਵੀ ਸੇਵਾ ਤੇ ਸਿਮਰਨ ਕਰੋ, ਬਾਅਦ ਵਿੱਚ ਇਹੀ ਅਰਦਾਸ ਕਰਕੇ ਬੇਨਤੀ ਕਰਨੀ ਆ, ਮਹਾਰਾਜ ਕਿਰਪਾ ਕਰੋ, ਦਇਆ ਕਰੋ। ਤੁਹਾਡੀ ਕਿਰਪਾ ਵਿੱਚ ਸਾਰਾ ਕੁਝ ਹੀ ਹੈ। ਜੇ ਅਸੀਂ ਕੱਲੀ ਕੱਲੀ ਸ਼ੈ ਮੰਗਾਂਗੇ ਬਹੁਤ ਕੁਝ ਰਹਿ ਜਾਏਗਾ। ਜੇ ਕਿਰਪਾ ਮੰਗ ਲਾਂਗੇ ਤੇ ਕਿਰਪਾ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਤੋ ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ ਉਹੀ ਤੁਹਾਡੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਕਹਿੰਦੇ ਹਨ। ਤੁਮਰੀ ਕਿਰਪਾ ਤੇ ਜਪੀਆ ਨਾਉ। ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਨਾਮ ਜਪਿਆ ਜਾਂਦਾ ਹੈ। ਬਿਨਾਂ ਤੁਹਾਡੀ ਦਇਆ ਤੋਂ ਤੁਹਾਡੇ ਨਾਮ ਦੀ ਆਰਾਧਨਾ ਨਹੀਂ ਹੋ ਸਕਦੀ। ਤੁਮਰੀ ਕਿਰਪਾ ਤੇ ਦਰਗਹਿ ਥਾਓ। ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲਦੀ ਹੈ। ਹੁਣ ਨਿਥਾਵੇਂ ਹੋਏ ਫਿਰਦੇ ਹਾਂ, ਜਨਮ ਲੈ ਕੇ ਇਸ ਲੋਕ ਵਿੱਚ ਆਈਦਾ, ਮੌਤ ਤੋਂ ਬਾਅਦ ਫਿਰ ਚਲੇ ਜਾਈਦਾ ਹੈ। ਫਿਰ ਜਨਮ ਲੈ ਕੇ ਆਈਦਾ ਹੈ, ਲੋਕ ਤੋਂ ਪਰਲੋਕ, ਪਰਲੋਕ ਤੋਂ ਲੋਕ। ਨਾ ਇਸ ਲੋਕ ਵਿੱਚ ਥਾਂ ਮਿਲਦੀ ਹੈ ਤੇ ਨਾ ਪਰਲੋਕ ਵਿੱਚ। ਜਦੋਂ ਥਾਂ ਨਾ ਮਿਲੇ ਉਹਨੂੰ ਕਹਿੰਦੇ ਆ ਜਨਮ ਤੇ ਮਰਨ ਦੇ ਚੱਕਰ ਵਿੱਚ ਭਟਕਣਾ, 84 ਲੱਖ ਜੂਨੀਆਂ ਦੇ ਭਰਮਣ ਦੇ ਵਹਿਣ ਵਿੱਚ ਵਹਿਣਾ। ਪਰ ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਹਨਾਂ ਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਮਿਲ ਜਾਂਦੀ ਹੈ। ਯਾਨੀ ਕਿ ਅਕਾਲ ਪੁਰਖ ਦੇ ਸਰੂਪ ਵਿੱਚ ਸदैਵੀ ਕਾਲ ਲਈ ਉਹਨਾਂ ਨੂੰ ਸਥਿਤੀ ਤੇ ਟਿਕਾਣਾ ਮਿਲ ਜਾਂਦਾ ਹੈ। ਫਿਰ ਉਹ ਆਵਾਗਾਉਣ ਦੇ ਚੱਕਰਾਂ ਤੋਂ ਰਹਿਤ ਹੋ ਜਾਂਦੇ ਨੇ। ਬਹੁਰ ਹਮ ਕਾਹੇ ਆਵਹਿੰਗੇ, ਐਸੀ ਅਵਸਥਾ ਦੇ ਵਿੱਚ ਉਹ ਜਾ ਕੇ ਟਿਕ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਆਵਾਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪੈਂਦਾ। ਉਹਨੂੰ ਕਹਿੰਦੇ ਨੇ ਥਾਂ ਮਿਲ ਗਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਨਿਵਾਸ ਮਿਲ ਗਿਆ। ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਮਿਲਦੀ ਹੈ। ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। ਤੁਝ ਬਿਨ ਪਾਰ ਬ੍ਰਹਮ, ਹੇ ਪਾਰ ਬ੍ਰਹਮ ਵਾਹਿਗੁਰੂ, ਤੇਰੇ ਤੋਂ ਬਿਨਾ ਨਹੀਂ ਕੋਏ, ਹੋਰ ਕੋਈ ਹੈ ਹੀ ਨਹੀਂ, ਤੂੰ ਹੀ ਤੂੰ ਹੈ ਸਾਡਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਿੱਖੀ ਦੀ ਪਰਖ ਕੀਤੀ, ਜਨਮ ਸਾਖੀ 'ਚ ਜ਼ਿਕਰ ਆਉਂਦਾ ਸੈਂਕੜਿਆਂ ਦੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਆਏ। ਕਹਿਣ ਲੱਗੇ ਜੀ ਮਹਾਰਾਜ ਜੀ ਆਪ ਜੀ ਦੇ ਬੇਅੰਤ ਹੀ ਸਿੱਖ ਨੇ। ਗੁਰਦੇਵ ਕਹਿਣ ਲੱਗੇ ਤਾਂ ਪਰਖਣੇ ਤੇ ਪਤਾ ਲੱਗੇਗਾ ਕਿਤਨੇ ਸਿੱਖ ਨੇ। ਪਰਖ ਕੀਤੀ, ਉਸ ਪਰਖ ਦੇ ਵਿੱਚੋਂ ਚਲਦਿਆਂ ਚਲਦਿਆਂ ਅਖੀਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਾਲ ਕੇਵਲ 3 ਸਿੱਖ ਹੀ ਬਾਕੀ ਬਚੇ। ਮਹਾਰਾਜ ਜੀ ਨੇ ਸ਼ਿਕਾਰੀ ਦਾ ਰੂਪ ਬਣਾਇਆ ਹੋਇਆ। 3 ਸਿੱਖ ਨੇ ਨਾਲ। ਇੱਕ ਸਿੱਖ ਦਾ ਨਾਮ ਹੈ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ। ਦੂਸਰੇ ਗੁਰਸਿੱਖ ਨੇ ਮਲਸੀਆਂ ਨਗਰ ਦੇ ਰਹਿਣ ਵਾਲੇ ਭਾਈ ਸਾਹਿਬ ਭਾਈ ਭਗੀਰਥ ਜੀ। ਔਰ ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਲਹਿਣਾ ਜੀ। ਤਿੰਨੇ ਨਾਲ ਰਹਿ ਗਏ। ਅਚਾਨਕ ਸਤਿਗੁਰੂ ਜੀ ਨੇ ਇੱਕ ਅਸਚਰਜ ਕੌਤਕ ਵਿਖਾਇਆ। ਕਹਿਣ ਲੱਗੇ ਮੁਰਦਾ ਪਿਆ, ਜੇ ਸਿੱਖ ਹੋ ਤੇ ਸਿੱਖ ਦਾ ਕਰਤੱਵ ਹੈ ਗੁਰੂ ਦਾ ਹੁਕਮ ਮੰਨਣਾ। ਇਹ ਮੁਰਦਾ ਭਖਣਾ ਪਵੇਗਾ, ਖਾਣਾ ਪਵੇਗਾ। ਬਾਬਾ ਬੁੱਢਾ ਸਾਹਿਬ ਤੇ ਭਾਈ ਭਗੀਰਥ ਜੀ ਨੇ ਆਖਿਆ ਮਹਾਰਾਜ ਮੁਰਦਾ ਖਾਣਾ ਤਾਂ ਸੰਭਵ ਹੈ। ਪਾਤਸ਼ਾਹ ਦੇ ਕੋਲੋਂ ਇਹ ਵਿਦਾ ਹੋ ਕੇ ਇੱਕ ਪਾਸੇ ਹੋ ਕੇ ਲੁਕ ਗਏ। ਇਕੱਲੇ ਭਾਈ ਲਹਿਣਾ ਜੀ ਰਹਿ ਗਏ। ਮਹਾਰਾਜ ਜੀ ਨੇ ਆਖਿਆ ਪੁਰਖਾ ਸਭ ਚਲੇ ਗਏ, ਤੈਂ ਨਹੀਂ ਗਿਆ। ਤਾਂ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਗੁਰਦੇਵ ਦੇ ਚਰਨਾਂ 'ਚ ਬੇਨਤੀ ਕਰਦਿਆਂ ਇਹ ਬਚਨ ਕਹੇ ਸਨ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨਾ ਆਵਹੀ। ਹੇ ਗਰੀਬ ਨਵਾਜ ਦਇਆਨਿਧ ਸੁਆਮੀ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਉਹ ਸਭ ਆਪੋ ਆਪਣੇ ਆਸਰਿਆਂ ਵੱਲ ਚਲੇ ਗਏ ਹੋਣਗੇ, ਪਰ ਮੈਂ ਨਿਮਾਣੀ ਦੇ ਆਸਰੇ ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਕੇਵਲ ਤੁਸੀਂ ਹੋ। ਤੁਹਾਡੇ ਤੋਂ ਬਿਨਾਂ ਮੇਰਾ ਕੋਈ ਦੂਸਰਾ ਆਸਰਾ ਨਹੀਂ, ਦੂਜੀ ਟੇਕ ਨਹੀਂ, ਮੈਂ ਕਿੱਥੇ ਜਾਵਾਂ। ਪਾਤਸ਼ਾਹ ਕਹਿੰਦੇ ਪੁਰਖਾ ਫਿਰ ਇਹ ਮੁਰਦਾ ਖਾਣਾ ਪਵੇਗਾ। ਮਹਾਰਾਜ 7 ਬਚਨ ਇਹ ਕਹਿ ਕੇ ਆਗਿਆ ਦੀ ਪਾਲਣਾ ਕੀਤੀ।
ਤੋ ਗਰੀਬ ਨਵਾਜ ਪਾਤਸ਼ਾਹ ਤੋਂ ਬਿਨਾਂ ਗੁਰੂ ਕੇ ਸਿੱਖ ਨੂੰ ਕੋਈ ਦੂਜੀ ਟੇਕ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਤੁਸੀਂ ਹੋ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ। ਹੇ ਪਾਰ ਬ੍ਰਹਮ, ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਹਰ ਜਗ੍ਹਾ ਤੇ ਤੁਸੀਂ ਹੀ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦਾ ਵਜੂਦ ਹੀ ਕੋਈ ਨਹੀਂ। ਸਭ ਨਸ਼ਵਰ ਹੈ, ਨਾਸ਼ਵਾਨ ਵਸਤੂਆਂ ਨੂੰ ਕਿਵੇਂ ਕਹੀਏ ਹੈਣ, ਜੋ ਬਿਨਸ ਜਾਣ ਵਾਲੀਆਂ ਹਨ। ਜੋ ਸदैवी ਹਸਤੀ ਹੈ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਹੈ। ਇਸ ਕਰਕੇ ਮਹਾਰਾਜ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ। ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। ਮਹਾਰਾਜ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਦੇ ਹੋ, ਜਿਨ੍ਹਾਂ ਤੇ ਤੁਸੀਂ ਆਪਣੀ ਦਇਆ ਕਰਦੇ ਹੋ, ਉਹਨਾਂ ਦੇ ਹਿਰਦਿਆਂ ਵਿੱਚ ਸदैवी ਸੁਖ ਆਣ ਬਣਦਾ ਹੈ। ਜਿਨ੍ਹਾਂ ਤੇ ਕਿਰਪਾ ਕਰਦੇ ਉਹਨਾਂ ਨੂੰ ਸਦਾ ਦਾ ਸੁਖ ਮਿਲ ਜਾਂਦਾ, ਸਦਾ ਦਾ। ਸदैवी ਸੁਖ ਕਿਹੜਾ? ਸदैवी ਸੁਖ ਆਪਣੀ ਨਿਜਾਤਮਾ ਦੇ ਵਿੱਚ ਸੁਰਤ ਦਾ ਟਿਕ ਜਾਣਾ ਹੈ। ਜਦੋਂ ਨਿਜਾਤਮ ਆਨੰਦ ਵਿੱਚ ਸੁਰਤ ਟਿਕ ਜਾਏ, ਉੱਥੇ ਫਿਰ ਸदैवी ਸੁਖ ਹੈ। ਸਦਾ ਘਣਾ ਆਨੰਦ ਉੱਥੇ ਬਣਿਆ ਰਹਿੰਦਾ। ਮਹਾਰਾਜ ਤੁਹਾਡੀ ਕਿਰਪਾ ਨਾਲ ਉਹ ਸदैवी ਸੁਖ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ। ਰਹਾਉ ਤੁਮ ਮਨ ਵਸੇ ਤੋ ਦੁਖ ਨਾ ਲਾਗੈ। ਮਹਾਰਾਜ ਤੁਸੀਂ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦੇ ਹੋ, ਹੁਣ ਕੋਈ ਆਖੇ ਪਰਮੇਸ਼ਰ ਤਾਂ ਸਾਰਿਆਂ ਦੇ ਮਨਾਂ 'ਚ ਵਸਦਾ, ਤੇ ਫਿਰ ਸਾਰਿਆਂ ਨੂੰ ਦੁੱਖ ਦੀ ਨਿਰਵਿਰਤੀ ਹੋ ਜਾਣੀ ਚਾਹੀਦੀ ਹੈ। ਵਸਦਾ ਸਾਰਿਆਂ ਵਿੱਚ ਹੀ ਹੈ। ਇੱਥੇ ਵਸਣ ਦਾ ਮਤਲਬ ਹੈ ਜਿਨ੍ਹਾਂ ਦੇ ਅੰਦਰ ਤੁਸੀਂ ਪ੍ਰਗਟ ਹੋ ਜਾਂਦੇ ਹੋ, ਸਾਖਸ਼ਾਤਕਾਰ ਹੋ ਜਾਂਦੇ ਹੋ। ਪਾਣੀ ਸਾਰੀ ਧਰਤੀ ਥੱਲੇ ਹੈ, ਪਰ ਤਲਾਬਾਂ ਵਿੱਚ, ਸਰੋਵਰਾਂ ਵਿੱਚ ਪਾਣੀ ਉੱਪਰ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਭਵੇਂ ਵਸਦਾ ਪਰਮੇਸ਼ਰ ਸਰਬ ਹਿਰਦਿਆਂ ਵਿੱਚ ਹੈ, ਪਰ ਗੁਰਮੁਖਾਂ ਦੇ ਹਿਰਦਿਆਂ ਵਿੱਚ ਉਹਦਾ ਸਾਖਸ਼ਾਤਕਾਰ ਹੋ ਜਾਂਦਾ, ਉਹ ਪ੍ਰਗਟ ਹੋ ਜਾਂਦਾ। ਤਾਂ ਮਹਾਰਾਜ ਜਿਨ੍ਹਾਂ ਦੇ ਮਨਾਂ ਵਿੱਚ ਤੁਹਾਡਾ ਸਵਰੂਪ ਸਾਖਸ਼ਾਤਕਾਰ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ। ਦੁੱਖ ਕਿਹਨਾਂ ਨੂੰ ਲੱਗਦਾ? ਜਿਹੜੇ ਅਗਿਆਨ ਤੇ ਅਵਿਦਿਆ ਵਿੱਚ ਨੇ। ਅਗਿਆਨਤਾ ਤੇ ਅਵਿਦਿਆ ਵਿੱਚ ਸਦਾ ਦੁੱਖ ਹੈ। ਜੋ ਗਿਆਨਮਈ ਬਿਰਤੀ ਵਿੱਚ ਟਿਕ ਜਾਂਦਾ ਹੈ, ਜਿਸ ਅੰਦਰ ਆਤਮਾ ਦੇ ਗਿਆਨ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ, ਉਹਦੇ ਸਮਸਤ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਇਹ ਕਿਵੇਂ ਸੰਭਵ ਹੈ? ਰਹਿੰਦਾ ਤਾਂ ਉਹ ਵੀ ਸੰਸਾਰ ਵਿੱਚ ਹੈ। ਉਹਦੇ ਅੰਦਰੋਂ ਕਿਵੇਂ ਸਾਰੇ ਦੁੱਖਾਂ ਦਾ ਅਭਾਵ ਹੋ ਜਾਂਦਾ ਹੈ, ਕਿਵੇਂ ਸਾਰੇ ਦੁੱਖ ਨਿਰਵਿਰਤ ਹੋ ਜਾਂਦੇ ਹਨ? ਕਿਉਂਕਿ ਉਹਦੇ ਅੰਦਰ ਗਿਆਨਮਈ ਬਿਰਤੀ ਵਿੱਚ ਇਹ ਚਾਨਣਾ ਹੋ ਜਾਂਦਾ ਹੈ ਕਿ ਸੰਸਾਰ ਦੇ ਜਿਤਨੇ ਵੀ ਦੁੱਖ ਨੇ ਸੱਚ ਨਹੀਂ, ਇਹ ਨਸ਼ਵਰ ਤੇ ਝੂਠੇ ਨੇ। ਕੋਈ ਵੀ ਦੁੱਖ ਹੈ ਸੰਸਾਰ ਦਾ, ਉਹ ਸੱਤ ਤਾਂ ਨਹੀਂ ਹੈ। ਕੁਝ ਸਮੇਂ ਲਈ ਹੁੰਦਾ, ਫਿਰ ਉਹ ਦੁੱਖ ਜਿਹੜੇ ਨੇ ਸदैवी ਨਹੀਂ ਹਨ, ਇਹ ਬਿਨਸਣੇ ਵਾਲੇ ਨੇ। ਤੇ ਬਿਨਸਣੇ ਵਾਲੇ ਦੁੱਖਾਂ ਨੂੰ ਇਹ ਸਮਝ ਕੇ ਵੀ ਇਹ ਤਾਂ ਬਿਨਸ ਹੀ ਜਾਣੇ ਹਨ, ਮਨ ਦੇ ਵਿੱਚ ਫਿਰ ਕਿਸ ਪ੍ਰਕਾਰ ਦੀ ਪਰੇਸ਼ਾਨੀ, ਕਿਸ ਤਰ੍ਹਾਂ ਦਾ ਫਿਕਰ ਰੱਖੀਏ। ਤੋ ਗਿਆਨ ਦੀ ਅਵਸਥਾ ਵਿੱਚ ਪਹੁੰਚੇ ਹੋਏ ਗੁਰਮੁਖ ਜਨ ਸੰਸਾਰ ਦੇ ਸਮਸਤ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਨੂੰ ਦੁੱਖ ਦੁੱਖ ਕਰਕੇ ਵਿਆਪਦਾ ਹੀ ਨਹੀਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਿ ਦੁੱਖ ਨੂੰ ਦੁੱਖ ਕਰਕੇ ਹੀ ਨਾ ਮੰਨਣਾ, ਦੁੱਖ ਨੂੰ ਦੁੱਖ ਕਰਕੇ ਮਹਿਸੂਸ ਹੀ ਨਾ ਕਰਨਾ, ਕਿਉਂਕਿ ਦੁੱਖ ਨਸ਼ਵਰ ਨੇ, ਨਾਸ਼ਵਾਨ ਹਨ। ਇਸ ਤਰ੍ਹਾਂ ਹੇ ਵਾਹਿਗੁਰੂ ਜੀ, ਜਿਨ੍ਹਾਂ ਦੇ ਮਨ ਵਿੱਚ ਤੁਸੀਂ ਵਸ ਜਾਂਦੇ ਹੋ, ਤੋ ਦੁੱਖ ਨਾ ਲੱਗੈ। ਉਹਨਾਂ ਨੂੰ ਜਨਮ ਤੇ ਮਰਨ ਦਾ ਦੁੱਖ ਨਹੀਂ ਲੱਗਦਾ, ਉਹ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਂਦੇ ਹਨ। ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੈ। ਮਹਾਰਾਜ ਤੁਹਾਡੀ ਕਿਰਪਾ ਨਾਲ ਜੋ 5 ਪ੍ਰਕਾਰ ਦਾ ਭਰਮ ਹੈ ਉਹ ਨੱਠ ਜਾਂਦਾ ਹੈ। ਭਰਮ 5 ਤਰ੍ਹਾਂ ਦਾ ਮਹਾਂਪੁਰਖਾਂ ਵਿਦਵਾਨਾਂ ਦੱਸਿਆ ਹੈ। ਰੱਸੀ ਵਿੱਚ ਸੱਪ ਦੀ ਕਲਪਨਾ ਕਰ ਲੈਣੀ, ਇਹ ਵੀ ਇੱਕ ਭਰਮ ਹੈ। ਥੋੜ੍ਹਾ ਜਿਹਾ ਹਨੇਰਾ ਤੇ ਥੋੜ੍ਹਾ ਜਿਹਾ ਚਾਨਣਾ ਹੋਵੇ, ਰੱਸੀ ਦਿਸ ਰਹੀ ਹੋਵੇ,
ਪਰ ਰੱਸੀ ਹਨੇਰੇ ਕਰਕੇ ਸੱਪ ਪ੍ਰਤੀਤ ਹੋਣ ਲੱਗ ਪੈਂਦੀ। ਜੇ ਪੂਰਾ ਹਨੇਰਾ ਹੋਵੇਗਾ ਤਾਂ ਵੀ ਨਜ਼ਰ ਨਹੀਂ ਆਵੇਗੀ ਵੀ ਰੱਸੀ ਹੈ, ਜੇ ਪੂਰਾ ਚਾਨਣਾ ਹੋਵੇਗਾ ਤੇ ਪਤਾ ਲੱਗ ਜਾਏਗਾ ਵੀ ਰੱਸੀ ਪਈ ਹੈ। ਇਸ ਕਰਕੇ ਨਾ ਪੂਰਾ ਹਨੇਰਾ ਹੋਵੇ ਤੇ ਨਾ ਪੂਰਾ ਚਾਨਣਾ ਹੋਵੇ, ਉਦੋਂ ਹੀ ਰੱਸੀ ਸੱਪ ਦੇ ਰੂਪ ਦੇ ਵਿੱਚ ਭਾਸਦੀ ਹੈ, ਸੱਪ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ। ਪਸ਼ੂਆਂ ਦੇ ਜੀਵਨ ਵਿੱਚ, ਜਾਨਵਰਾਂ ਦੇ ਜੀਵਨ ਵਿੱਚ ਕੇਵਲ ਹਨੇਰਾ, ਉਹਨਾਂ ਨੂੰ ਕੋਈ ਭਰਮ ਨਹੀਂ, ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਕੁਝ। ਜਿਹੜੇ ਦਿਵਿਆ ਸਵਰੂਪ ਦੇਵ ਨੇ ਉਹਨਾਂ ਅੰਦਰ ਪੂਰਾ ਚਾਨਣਾ, ਉਹਨਾਂ ਨੂੰ ਪਤਾ ਕਿ ਵਾਸਤਵਿਕ ਸਵਰੂਪ ਕੀ ਹੈ। ਕੇਵਲ ਇੱਕ ਮਨੁੱਖੀ ਜਨਮ ਐਸਾ ਹੈ ਕਿ ਜਿਹਦੇ ਵਿੱਚ ਨਾ ਤਾਂ ਇਹਦੇ ਅੰਦਰ ਪੂਰਨ ਤੌਰ 'ਤੇ ਚਾਨਣਾ ਤੇ ਨਾ ਹੀ ਪੂਰਨ ਤੌਰ 'ਤੇ ਅੰਧਕਾਰ ਹੈ। ਇਹ ਜਾਂ ਤਾਂ ਅੰਧਕਾਰ ਵਾਲੇ ਪਾਸੇ ਜਾ ਸਕਦਾ ਜਾਂ ਚਾਨਣੇ ਵਾਲੇ ਪਾਸੇ ਜਾ ਸਕਦਾ, ਦਹਲੀਜ਼ ਵਿੱਚ ਖੜਾ ਹੈ। ਉਸ ਅਵਸਥਾ ਵਿੱਚ ਇਹਦੇ ਮਨ 'ਚ ਭਰਮ ਪੈ ਜਾਂਦਾ ਵੀ ਇਹ ਸੰਸਾਰ ਸੱਚ ਹੈ। ਜਿਵੇਂ ਰੱਸੀ 'ਚ ਭਰਮ ਪੈ ਗਿਆ ਕਿ ਇਹ ਰੱਸੀ ਸੱਪ ਹੈ, ਇਸੇ ਤਰ੍ਹਾਂ ਸੰਸਾਰ ਨੂੰ ਵੇਖ ਕੇ ਸੰਸਾਰ ਨੂੰ ਸੱਚ ਭਾਸਣ ਲੱਗ ਪੈਣਾ ਵੀ ਇਹ ਸੰਸਾਰ ਸੱਚ ਹੈ। ਇਹਦਾ ਨਾਮ ਹੈ ਭਰਮ। ਭਗਤ ਜੀ ਮਹਾਰਾਜ ਜੀ ਨੇ ਬਚਨ ਆਪਣੀ ਪਾਵਨ ਬਾਣੀ 'ਚ ਕਹੇ ਨੇ। ਭਰਮ ਕਿਸ ਨੂੰ ਕਹਿੰਦੇ ਨੇ? ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਹੇ ਭਾਈ ਕੀ ਕਹੀਏ ਭਰਮ ਕਿਹੋ ਜਿਹਾ, ਜੈਸਾ ਮੰਨ ਲਿਆ ਵੈਸਾ ਹੈ ਨਹੀਂ, ਉਹਨੂੰ ਕਹਿੰਦੇ ਨੇ ਭਰਮ। ਉਸ ਭਰਮ ਦੀ ਅੱਗੇ ਉਦਾਹਰਣ ਵੀ ਦਿੰਦੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰਾਜ ਕਹਿੰਦੇ ਨੇ ਰਜੂ ਨੂੰ, ਰੱਸੀ ਨੂੰ, ਭੁਯੰਗ ਕਹਿੰਦੇ ਆ ਸੱਪ ਨੂੰ। ਕਹਿੰਦੇ ਰਜੂ ਤੇ ਸਰਪ ਦਾ ਜਿਹੜਾ ਭਰਮ ਹੈ, ਰੱਸੀ ਤੇ ਸੱਪ ਦਾ ਜਿਹੜਾ ਭਰਮ ਹੈ, ਇਹਦੀ ਖੇਡ ਹੁਣ ਅਸੀਂ ਸਮਝ ਲਈ ਹੈ ਕਿ ਇਹ ਸੰਸਾਰ ਸੱਚ ਨਹੀਂ ਹੈ। ਇਹ ਸੰਸਾਰ ਜਿਸ ਦੇ ਆਸ਼ਰਿਤ ਹੈ ਉਹ ਸੱਚ ਹੈ, ਔਰ ਉਹ ਹੈ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਕਹਿੰਦੇ ਜਿਹੜੇ ਤੇਰੀ ਕਿਰਪਾ ਦੇ ਪਾਤਰ ਨੇ ਵਾਹਿਗੁਰੂ, ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ, ਉਹਨਾਂ ਦੇ ਅੰਦਰ ਭਰਮ ਨਹੀਂ ਰਹਿੰਦਾ। ਖਾਲਸੇ ਦੀ ਜਦੋਂ ਪਰਿਭਾਸ਼ਾ ਸਤਿਗੁਰੂ ਜੀ ਦੱਸਦੇ ਆ ਵੀ ਖਾਲਸਾ ਕੌਣ ਹੈ, ਤਾਂ ਮਹਾਰਾਜ ਜੀ ਕਹਿੰਦੇ ਭਰਮ ਭੇਖ ਤੇ ਰਹਿ ਨਿਆਰਾ। ਖਾਲਸਾ ਕੌਣ ਹੈ? ਜਿਹੜਾ ਭਰਮ ਤੇ ਬਾਹਰਲੇ ਭੇਖ ਤੋਂ ਰਹਿਤ ਹੋ ਗਿਆ, ਜਿਹੜਾ ਵਿਖਾਵਾ ਨਹੀਂ ਕਰਦਾ, ਭਰਮ 'ਚ ਨਹੀਂ ਹੈ, ਜਿਹਦੇ ਸਾਹਮਣੇ ਸਭ ਕੁਝ ਚਾਨਣਾ ਹੋ ਗਿਆ, ਪ੍ਰਤੱਖ ਹੋ ਗਿਆ, ਜਿਸ ਅੰਦਰ ਕੋਈ ਭਰਮ ਨਹੀਂ, ਉਹਨੂੰ ਖਾਲਸਾ ਕਹਿੰਦੇ ਹੈ। ਜਿਹੜਾ ਨਿਆਰਾ ਹੋਵੇ, ਸਾਰੇ ਸੰਸਾਰ ਤੋਂ ਵੱਖਰਾ ਤੇ ਨਿਰਾਲਾ, ਉਹ ਖਾਲਸਾ ਹੈ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ। ਦੋਨਾਂ ਤੋਂ ਜਿਹੜਾ ਨਿਆਰਾ ਉਹ ਖਾਲਸਾ ਹੈ। ਜਿਹੜਾ ਨਿਆਰਾ ਬਣ ਕੇ ਰਹੇਗਾ, ਭਰਮ ਤੋਂ ਬਹਿ ਰਹਿਤ ਹੋ ਕੇ ਰਹੇ। ਹੁਣ ਸਾਡੇ ਅੰਦਰ ਤਾਂ ਕਈ ਤਰ੍ਹਾਂ ਦੇ ਭਰਮ ਪਲੇ ਹੋਏ ਆ, ਬਿਨਾਂ ਕਾਰਨ ਤੋਂ ਹੀ ਅਸੀਂ ਆਪਣੇ ਹਿਰਦੇ 'ਚ ਭਰਮਾਂ ਨੂੰ ਜਨਮ ਦਿੱਤਾ ਹੋਇਆ। ਜਾਣ ਬੁੱਝ ਕੇ ਸਾਡੇ ਅੰਦਰ ਦੁਬਿਧਾ ਖੜੀ ਕਰਨ ਵਾਸਤੇ ਅਨੇਕ ਪ੍ਰਕਾਰ ਦੇ ਭਰਮਾਂ ਦੀ ਗੱਲ ਕੀਤੀ ਜਾਂਦੀ ਹੈ। ਕਈਆਂ ਨੂੰ ਤਾਂ ਇਹ ਵੀ ਭਰਮ ਹੈ ਕਿ ਜੇ ਜਪਜੀ ਸਾਹਿਬ ਦਾ ਪਾਠ ਸ਼ਾਮ ਨੂੰ ਕਰੀਏ ਕਿ ਨਾ ਕਰੀਏ। ਇਹੀ ਸਵਾਲ ਪੁੱਛੀ ਜਾਣਗੇ ਕਈ ਗਿਆਨੀਆਂ ਕੋਲ ਜਾ ਜਾ ਕੇ ਕਿ ਜੇ ਸਵੇਰੇ ਜਪਜੀ ਸਾਹਿਬ ਦਾ ਪਾਠ ਖੁੰਝ ਜੇ ਤੇ ਸ਼ਾਮ ਨੂੰ ਕਰ ਲਿਆ ਕਰੀਏ ਕਿ ਨਹੀਂ। ਕਿ ਗੁਰੂ ਕੇ ਸਿੱਖ ਦੇ ਬੱਚੇ ਨੂੰ, ਜਿਹੜਾ ਸਿੱਖਾਂ ਦੇ ਘਰ ਜੰਮਿਆ ਹੋਵੇ, ਉਹਨੂੰ ਇਹ ਪੁੱਛਣ ਦੀ ਲੋੜ ਹੈ ਕਿ ਗੁਰੂ ਕੀ ਬਾਣੀ ਦਾ ਜਾਪ ਕਿਹੜੀ ਬਾਣੀ ਦਾ ਕਿਸ ਵੇਲੇ ਕਰਨਾ ਤੇ ਨਹੀਂ ਕਰਨਾ। ਹੈਰਾਨੀ ਹੁੰਦੀ ਆ ਉਸ ਵੇਲੇ ਕਿ ਸਿੱਖਾਂ ਦੇ ਘਰੇ ਜਨਮ ਕੇ ਵੀ ਇਹ ਬੋਧ ਨਹੀਂ ਕਿ ਸਤਿਗੁਰਾਂ ਦੀ ਇਸ ਅੰਮ੍ਰਿਤ ਬਾਣੀ ਦਾ ਜਾਪ ਕਿਸੇ ਵੇਲੇ ਵੀ ਕੀਤਾ ਜਾ ਸਕਦਾ। ਕੁਝ ਬਾਣੀਆਂ ਹਨ ਜਿਨ੍ਹਾਂ ਦੀ ਮਰਿਆਦਾ ਹੈ ਕਿ ਸੋਦਰ ਦਾ ਪਾਠ ਅਸੀਂ ਸੰਧਿਆ ਵੇਲੇ ਬੈਠ ਕੇ ਕਰਦੇ ਹਾਂ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਅਸੀਂ ਆਸਣ ਤੇ ਸੌਣ ਵੇਲੇ ਕਰਦੇ ਹਾਂ, ਜਾਂ ਕੋਈ ਪ੍ਰਾਣੀ ਚਲਾਣਾ ਕਰ ਜੇ ਉਸ ਵੇਲੇ ਕਰਦੇ ਹਾਂ। ਇਹਨਾਂ ਤਾਂ ਬੋਧ ਸਾਨੂੰ ਸਾਰੇ ਗੁਰਸਿੱਖਾਂ ਨੂੰ ਹੋਣਾ ਚਾਹੀਏ ਨਾ। ਇਹ ਅਨੇਕ ਪ੍ਰਕਾਰ ਦੇ ਭਰਮ ਜੀ ਗੁਰਬਾਣੀ ਦਾ ਪਾਠ ਅਸੀਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਕਰਿਆ ਕਰੀਏ ਕਿ ਲਹਿੰਦੇ ਵਾਲੇ ਪਾਸੇ ਭਰਮ ਤਾਂ ਨਹੀਂ ਹੁੰਦਾ ਜੀ ਕੋਈ, ਕਿੱਧਰ ਮੂੰਹ ਕਰਕੇ ਕਰੀਏ ਗੁਰਬਾਣੀ ਦਾ ਪਾਠ। ਇਸ ਭਰਮ ਤੋਂ ਤਾਂ ਸਤਿਗੁਰਾਂ ਨੇ ਸਾਨੂੰ ਕੱਢਿਆ ਹੈ। ਨਾਲੇ ਪੜ੍ਹਦੇ ਹੁੰਨੇ ਆ ਰੋਜ਼, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਹਾ ਕੁ ਸੀਸ ਨਿਵਾਇਓ।
ਪਾਤਸ਼ਾਹ ਕਹਿੰਦੇ ਕੋਈ ਕਹਿੰਦਾ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਮੱਥਾ ਟੇਕੋ, ਕੋਈ ਕਹਿੰਦੇ ਪੱਛਮ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਨਮਸਕਾਰ ਕਰੋ, ਸਜਦਾ ਕਰੋ। ਇਸ ਭਰਮ ਤੋਂ ਤਾਂ ਸਤਿਗੁਰਾਂ ਨੇ ਸਾਨੂੰ ਕੱਢ ਦਿੱਤਾ। ਗੁਰਸਿੱਖ ਜਿੱਧਰ ਮਰਜੀ ਮੁੱਖ ਕਰਕੇ ਗੁਰਬਾਣੀ ਦਾ ਜਾਪ ਕਰ ਸਕਦਾ ਹੈ। ਇਹ ਭਰਮ ਨਹੀਂ ਹੋਣਾ ਚਾਹੀਦਾ। ਇਹ ਅਨੇਕ ਪ੍ਰਕਾਰ ਦੇ ਭਰਮ ਪਾਉਣ ਵਾਲੇ ਵੀ ਸਾਡੇ ਸਿੱਖੀ ਲਿਬਾਸ ਵਿੱਚ ਹੀ ਹੁੰਦੇ ਹੈ। ਤੋ ਖਾਲਸੇ ਦੇ ਅੰਦਰ ਭਰਮ ਨਹੀਂ ਹੈ। ਖਾਲਸਾ ਇਹਨਾਂ ਭਰਮਾਂ ਤੋਂ ਰਹਿਤ ਹੋ ਕੇ ਰਹਿੰਦਾ। ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜੇ ਨਿਆਰੇ ਬਣ ਕੇ ਰਹਾਂਗੇ ਤੇ ਸਤਿਗੁਰਾਂ ਦਾ ਤੇਜ ਬਣਿਆ ਰਹੇਗਾ। ਬਿਪਰਨ ਕੀ ਰੀਤ, ਬਿਪਰਨ ਦੀ ਰੀਤ ਕੀ ਹੈ? ਇਹ ਬਿਪਰਵਾਦੀ ਰੀਤਾਂ ਹੀ ਹਨ ਕਿ ਦਿਸ਼ਾ ਦਾ ਭਰਮ ਰੱਖਣਾ ਹਿਰਦੇ 'ਚ, ਅਨੇਕ ਪ੍ਰਕਾਰ ਦੇ ਵਹਿਮਾਂ ਭਰਮਾਂ ਵਿੱਚ ਰਹਿਣਾ। ਔਰ ਸਭ ਤੋਂ ਪ੍ਰਮੁੱਖ ਹੈ ਬਿਪਰਨ ਦੀ ਰੀਤ, ਸ਼ਸਤਰਾਂ ਦਾ ਤਿਆਗ ਕਰ ਦੇਣਾ। ਜਦੋਂ ਇਹ ਸ਼ਸਤਰ ਦਾ ਤਿਆਗ ਕਰਦੇ, ਬਿਪਰਨ ਕੀ ਰੀਤ ਹੈ। ਬ੍ਰਾਹਮਣ ਸ਼ਸਤਰ ਧਾਰੀ ਨਹੀਂ ਹੁੰਦਾ। ਬ੍ਰਾਹਮਣ ਕਹਿੰਦਾ ਮੇਰਾ ਇਹ ਕਰਮ ਨਹੀਂ, ਇਹ ਛਤਰੀ ਦਾ ਧਰਮ ਹੈ। ਤੇ ਜਦੋਂ ਇਹ ਗੁਰੂ ਕੇ ਸਿੱਖਾਂ ਦੇ ਘਰ ਜਨਮ ਕੇ ਸ਼ਸਤਰ ਦਾ ਤਿਆਗ ਕਰ ਦੇਵੇ, ਸ਼ਸਤਰ ਤਿਆਗ ਦੇਵੇ, ਤਾਂ ਫਿਰ ਇਹ ਬਿਪਰਨ ਕੀ ਰੀਤ ਹੈ। ਗੁਰੂ ਖਾਲਸਾ ਜੀ ਸ਼ਸਤਰਾਂ ਦਾ ਆਮ ਕਰਕੇ ਬਿਪਰਨ ਕੀ ਰੀਤ ਦੇ ਹੋਰ ਬਹੁਤ ਅਰਥ ਕੀਤੇ ਜਾਂਦੇ ਨੇ, ਪਰ ਆਹ ਅਰਥ ਸੰਗਤ ਵਿੱਚ ਨਹੀਂ ਸੁਣਾਇਆ ਜਾਂਦਾ ਵੀ ਸ਼ਸਤਰ ਛੱਡ ਦੇਣੇ ਵੀ ਬਿਪਰਨ ਕੀ ਰੀਤ ਹੈ। ਜਦੋਂ ਇਹ ਬਿਪਰਨ ਕੀ ਰੀਤ ਨੂੰ ਗ੍ਰਹਿਣ ਕਰੇਗਾ, ਸ਼ਸਤਰ ਦਾ ਤਿਆਗੀ ਹੋ ਜਾਏਗਾ। ਮਹਾਰਾਜ ਕਹਿੰਦੇ ਫਿਰ ਮੇਰੀ ਇਹਦੇ ਤੇ ਕੋਈ ਪ੍ਰਤੀਤ ਨਹੀਂ ਹੈ। ਤੋ ਭਰਮ ਤੋਂ ਰਹਿਤ ਹੋ ਕੇ ਰਹਿਣਾ ਇਹ ਖਾਲਸੇ ਦਾ ਸੁਭਾਅ ਹੈ। ਖਾਲਸੇ ਦੇ ਅੰਦਰ, ਗੁਰਸਿੱਖ ਦੇ ਅੰਦਰ ਭਰਮ ਨਹੀਂ ਹੁੰਦਾ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿ ਰਹੇ ਨੇ, ਮਹਾਰਾਜ ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ ਉਹਨਾਂ ਦੇ ਹਿਰਦੇ 'ਚ ਭਰਮ ਨਹੀਂ ਰਹਿੰਦਾ। ਉਹ ਭਰਮ ਤੋਂ ਰਹਿਤ ਹੋ ਜਾਂਦੇ ਹਨ। ਤੇ ਜਿੱਥੇ ਭਰਮ ਨਹੀਂ ਰਹੇਗਾ ਉੱਥੇ ਡਰ ਵੀ ਨਹੀਂ ਰਹੇਗਾ। ਜਿੱਥੇ ਭਰਮ ਹੋਵੇਗਾ ਉੱਥੇ ਭਉ ਵੀ ਹੋਵੇਗਾ। ਜਿੱਥੇ ਭਰਮ ਹੈ ਕਿ ਸੱਪ ਪਿਆ ਤੇ ਡਰ ਵੀ ਹੋਵੇਗਾ ਵੀ ਸੱਪ ਜ਼ਹਿਰੀਲਾ ਨਾ ਹੋਵੇ। ਭਰਮ ਕਰਕੇ ਭੈ ਉਪਜਦਾ ਨਾ। ਇੱਥੇ ਭਰਮ ਤੇ ਭਉ ਦੋਵੇਂ ਇਕੱਠੇ ਮਹਾਰਾਜ ਜੀ ਨੇ ਸ਼ਬਦ ਵਰਤੇ ਹੈ। ਕਹਿੰਦੇ ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ ਉਹਨਾਂ ਦੇ ਹਿਰਦੇ 'ਚੋਂ ਭਰਮ ਦੂਰ ਹੋ ਜਾਂਦਾ। ਉਹਨਾਂ ਦੇ ਹਿਰਦੇ 'ਚੋਂ ਭਉ, ਡਰ, ਜਨਮ ਮਰਨ ਦਾ ਡਰ, ਜੰਮਾਂ ਦਾ ਭੈ, ਵਿਸ਼ਿਆਂ ਵਿਕਾਰਾਂ ਦਾ ਭੈ, ਇਹ ਸਾਰੇ ਭੈ ਉਹਨਾਂ ਦੇ ਹਿਰਦੇ 'ਚੋਂ ਨਿਰਵਿਰਤ ਹੋ ਜਾਂਦੇ ਹਨ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਖਾਲਸੇ ਪੰਥ ਦੇ ਮਹਾਨ ਵਿਦਵਾਨ, ਉਹ ਲਿਖਦੇ ਹੈ, ਕਹਿੰਦੇ ਨਿਰਭਉ ਦਾ ਜਾਪ ਜਪ ਕੇ, ਮੂਲ ਮੰਤਰ 'ਚ ਅਸੀਂ ਰੋਜ਼ ਨਿਰਭਉ ਕਹਿੰਦੇ ਹਾਂ। ਨਿਰਭਉ ਕਹਿੰਦੇ ਨਿਰਭਉ, ਨਿਰਭਉ ਕਹਿ ਕੇ ਵੀ ਜੇ ਤੁਹਾਡੇ ਹਿਰਦੇ 'ਚ ਭਉ ਤੇ ਡਰ ਬਣਿਆ ਹੋਇਆ, ਇਹਦਾ ਮਤਲਬ ਤੁਸੀਂ ਕੇਵਲ ਜ਼ੁਬਾਨ ਤੋਂ ਕੁਰਲੀਆਂ ਕਰ ਰਹੇ ਹੋ। ਨਿਰਭਉ ਸ਼ਬਦ ਤੁਹਾਡੇ ਹਿਰਦੇ 'ਚ ਨਹੀਂ ਉਤਰਿਆ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਉਸ ਨਿਰਭਉ ਦਾ ਜਾਪ ਜਪਦੇ ਹਨ ਉਹਨਾਂ ਦੇ ਹਿਰਦੇ 'ਚੋਂ ਸਾਰੇ ਭੈ ਦੂਰ ਹੋ ਜਾਂਦੇ ਹਨ। ਤੋ ਨਿਰਭਉ ਦਾ ਜਾਪ ਹੈ ਵਾਹਿਗੁਰੂ ਗੁਰਮੰਤਰ, ਜੋ ਅਸੀਂ ਨਿਤਾ ਪ੍ਰਤੀ ਸਾਧਨਾ ਵਿੱਚ ਲਿਆਉਣਾ ਹੈ, ਨਿਤਾ ਪ੍ਰਤੀ ਆਪਣੇ ਚੇਤੇ ਵਿੱਚ, ਆਪਣੇ ਸਿਮਰਨ ਵਿੱਚ ਲੈ ਕੇ ਆਉਣਾ ਹੈ। ਮਹਾਂਪੁਰਖ ਗੁਰਮੁਖ ਪਿਆਰੇ ਸਭ ਇਸ ਨਾਮ ਜਪਣ ਤੇ ਜਪਾਉਣ ਦਾ ਹੁਕਮ ਕਰਦੇ ਹਨ। ਤੋ ਭਾਈ ਜਿਹੜੇ ਇਸ ਨਾਮ ਦੀ ਸਾਧਨਾ ਕਰਦੇ ਪਰਮੇਸ਼ਰ ਦੀ ਕਿਰਪਾ ਨਾਲ, ਉਹਨਾਂ ਦੇ ਹਿਰਦੇ 'ਚੋਂ ਭਉ ਦੂਰ ਹੋ ਜਾਂਦਾ। ਡਰ ਕਿੰਨੇ ਤਰ੍ਹਾਂ ਦੇ ਨੇ, ਕਈ ਤਰ੍ਹਾਂ ਦਾ ਭੈ ਹੈ। ਵਪਾਰੀ ਨੂੰ ਭੈ ਆ ਕਿਤੇ ਮੈਨੂੰ ਵਪਾਰ 'ਚ ਘਾਟਾ ਨਾ ਪਵੇ। ਦੁਕਾਨਦਾਰ ਨੂੰ ਭੈ ਆ ਕਿਤੇ ਮੇਰੀ ਦੁਕਾਨ ਵਿੱਚ ਮੈਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਨੌਕਰੀ ਪੇਸ਼ੇ ਕਰਨ ਵਾਲੇ ਨੂੰ ਭੈ ਆ ਆਪਣੇ ਅਫਸਰ ਦਾ ਕਿ ਕਿਤੇ ਉਹਦੇ ਕੋਲੋਂ ਮੈਨੂੰ ਕੋਈ ਤਾੜਨਾ ਨਾ ਹੋ ਜਾਏ। ਮਾਂ ਬਾਪ ਨੂੰ ਭੈ ਹੈ ਕਿ ਸਾਡੇ ਬੱਚੇ ਕਿਤੇ ਸਾਡੇ ਬਚਨਾਂ ਤੋਂ ਬਾਹਰ ਨਾ ਚਲੇ ਜਾਣ। ਹਰ ਇੱਕ ਪ੍ਰਕਾਰ ਦੇ ਭੈ ਵਿੱਚ, ਸਹਿਮ ਵਿੱਚ ਸਾਰਾ ਸੰਸਾਰ ਜੀ ਰਿਹਾ ਹੈ। ਮਹਾਰਾਜ ਜੀ ਦੇ ਬਚਨ ਨੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਇਹ ਸਾਰਾ ਜਗਤ ਭੈ ਵਿੱਚ ਹੈ, ਡਰ ਵਿੱਚ ਹੈ। ਇੱਕ ਅਕਾਲ ਪੁਰਖ ਪਰਮੇਸ਼ਰ ਹੀ ਨਿਰਭਉ ਹੈ। ਜਿਹੜੇ ਉਸ ਨਿਰਭਉ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹੜੇ ਉਸ ਨਿਰਭਉ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ
ਉਹਨਾਂ ਦੇ ਸਾਰੇ ਭੈ, ਸਾਰੇ ਡਰ ਹਿਰਦੇ ਚੋਂ ਦੂਰ ਹੋ ਜਾਂਦੇ ਹਨ। ਉਹ ਝੂਲਦੇ ਹੋਏ ਮਸਤ ਹਾਥੀਆਂ ਤੋਂ ਵੇਖ ਕੇ ਭੈਗ੍ਰਸਤ ਨਹੀਂ ਹੁੰਦੇ। ਉਹ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਹੈ, ਇਹ ਹਾਥੀ ਸਾਡਾ ਕੱਖ ਨਹੀਂ ਵਿਗਾੜ ਸਕਦਾ। ਉਹ ਨਿਰਭਉ ਹੋ ਜਾਂਦੇ ਹਨ, ਉਹਨਾਂ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ। 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਬੜੇ ਡਰਾਵੇ ਦਿੱਤੇ ਗਏ, ਬੜੇ ਤਸੀਹੇ ਦਿੱਤੇ ਗਏ, ਫਿਰ ਐਸੀ ਇੱਕ ਨਿਰਭਉ ਅਵਸਥਾ ਵਿੱਚ ਟਿਕੇ ਹੋਏ ਕਿ ਉਹਨਾਂ ਦੇ ਡਰਾਵਿਆਂ ਨਾਲ ਤਿਨਾਂ ਆਪਣੀ ਸਿੱਖੀ ਦਾ ਤਿਆਗ ਨਹੀਂ ਕੀਤਾ। ਅਨੇਕਾਂ ਮਹਾਨ ਸ਼ਹੀਦ ਜਿਨ੍ਹਾਂ ਨੂੰ ਰੋਜ਼ ਅਰਦਾਸ ਵਿੱਚ ਅਸੀਂ ਚੇਤੇ ਕਰਦੇ ਹਾਂ, ਚਾਹੇ ਉਹ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਹਨ, ਚਾਹੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਹਨ। ਬੰਦ ਕਟਾ ਲਏ, ਖੋਪਰ ਲੁਹਾ ਲਏ, ਚਰਖੜੀਆਂ ਤੇ ਚੜ੍ਹ ਕੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਦੁਸ਼ਮਣ ਤੋਂ ਖੌਫ ਜ਼ਿਆਦਾ ਨਹੀਂ ਹੋਏ। ਨਿਰਭੈਤਾ ਦੀ ਅਵਸਥਾ ਦੇ ਰੰਗ ਵਿੱਚ ਰੰਗੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਭੇਦ ਹੋ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਇਸੇ ਦਿੱਲੀ ਦੀ ਧਰਤੀ ਤੇ ਬਚਨ ਆਪਣੇ ਮੁਖੋਂ ਕਹੇ, ਭੈ ਕਾਹੂ ਕੋ ਦੇਤ ਨਹਿ ਭੈ ਬਾਨਤ ਆਨ। ਅਸੀਂ ਨਾ ਕਿਸੇ ਨੂੰ ਡਰਾਵਾ ਦਿੰਨੇ ਆ, ਨਾ ਹੀ ਕਿਸੇ ਦਾ ਭੈ ਤੇ ਡਰ ਮੰਨਦੇ ਹਾਂ। ਇਹੋ ਜਿਹਾ ਮਹਾਨ ਸਿਧਾਂਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਜਿਹੜੇ ਉਸ ਨਿਰਭਉ ਪਰਮੇਸ਼ਰ ਦੇ ਜਾਪ ਨੂੰ ਜਪਦੇ ਆ, ਉਹਦੀ ਕਿਰਪਾ ਦੇ ਪਾਤਰ ਬਣਦੇ ਹਨ। ਉਹਨਾਂ ਦੇ ਹਿਰਦੇ 'ਚ ਭਉ ਨਹੀਂ ਰਹਿੰਦਾ। ਉਹ ਜਪ ਕੇ ਪਰਮੇਸ਼ਰ ਦੇ ਜਾਪ ਨੂੰ ਭਉ ਤੋਂ ਰਹਿਤ ਹੋ ਜਾਂਦੇ ਹਨ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਜਦੋਂ ਜੋ ਹੋਣਾ ਉਹ ਹੋ ਕੇ ਹੀ ਰਹਿਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਫਿਰ ਡਰ ਕਾਹਦਾ? ਡਰ ਕਦੋਂ ਉਪਜਦਾ ਹੈ? ਜਦੋਂ ਇਹ ਸੋਚਦੇ ਆ ਵੀ ਕਿਤੇ ਇਹ ਹੋ ਨਾ ਜਾਵੇ। ਇੱਕ ਦੁਕਾਨਦਾਰ ਤਾਂ ਹੀ ਡਰਦਾ ਨਾ ਵੀ ਉਹਨੂੰ ਇਹ ਡਰ ਹੈ ਵੀ ਕਿਤੇ ਮੈਨੂੰ ਇਸ ਦੁਕਾਨ 'ਚ ਨੁਕਸਾਨ ਨਾ ਹੋ ਜਾਵੇ। ਵਪਾਰੀ ਤਦੇ ਡਰਦਾ ਵੀ ਕਿਤੇ ਇਸ ਵਪਾਰ ਵਿੱਚ ਮੈਨੂੰ ਘਾਟਾ ਨਾ ਪੈ ਜਾਵੇ। ਪਰ ਜੇ ਅਵਸਥਾ ਇਹ ਬਣ ਜੇ ਜੋ ਹੋਣਾ ਹੋ ਕੇ ਹੀ ਰਹੇਗਾ, ਤੇ ਫਿਰ ਡਰ ਕਾਹਦਾ? ਫਿਰ ਭੈ ਕਾਹਦਾ? ਫਿਰ ਤਾਂ ਭੈ ਹੋਣਾ ਹੀ ਨਹੀਂ ਚਾਹੀਦਾ, ਫਿਰ ਤਾਂ ਡਰ ਰਹਿਣਾ ਹੀ ਨਹੀਂ ਚਾਹੀਦਾ। ਗੁਰਮੁਖ ਦੀ ਅਵਸਥਾ ਬਣ ਜਾਂਦੀ। ਉਹ ਕਹਿੰਦੇ ਜੋ ਹੋਣਾ ਹੋ ਕੇ ਹੀ ਰਹਿਣਾ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਹੋਣੀ ਹੋ ਕੇ ਹੀ ਰਹਿਣੀ ਹੈ, ਉਹਦੀ ਫਿਕਰ ਹੀ ਕੀ ਕਰਨੀ, ਉਹਦਾ ਚਿੰਤਾ ਤੇ ਡਰ ਭੈ ਹੀ ਕਾਹਦਾ ਕਰਨਾ। ਇਸ ਕਰਕੇ ਗੁਰਮੁਖ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਕੇ ਭਉ ਤੋਂ ਵੀ ਰਹਿਤ ਹੋ ਜਾਂਦੇ। ਉਹਨਾਂ ਦੇ ਹਿਰਦੇ ਚੋਂ ਭਉ ਵੀ ਭੱਜ ਜਾਂਦਾ ਹੈ। ਪਾਰ ਬ੍ਰਹਮ ਅਪਰੰਪਰ ਸੁਆਮੀ। ਪਾਰ ਬ੍ਰਹਮ, ਬ੍ਰਹਮ ਸ਼ਬਦ ਇਤਨਾ ਵਿਸ਼ਾਲ ਸ਼ਬਦ ਹੈ ਨਾ, ਇਹ 3 ਅੱਖਰ। ਦੁਨੀਆ ਦੀ ਹੋਰ ਕਿਸੇ ਭਾਸ਼ਾ ਵਿੱਚ ਇਹਦਾ ਅਨੁਵਾਦ ਨਹੀਂ ਹੋ ਸਕਦਾ, ਕਿਉਂਕਿ ਹੋਰ ਕਿਸੇ ਭਾਸ਼ਾ ਵਿੱਚ ਇਹਦੀ ਵਿਆਖਿਆ ਹੋ ਹੀ ਨਹੀਂ ਸਕਦੀ ਜੋ ਬ੍ਰਹਮ ਕਹਿ ਕੇ ਹੋ ਸਕਦੀ ਹੈ। ਕਿਸੇ ਭਾਸ਼ਾ 'ਚ ਇਹਦਾ ਤਰਜਮਾ ਨਹੀਂ ਹੋ ਸਕਦਾ। ਹਰ ਭਾਸ਼ਾ ਵਿੱਚ ਇਹਨੂੰ ਬ੍ਰਹਮ ਹੀ ਲਿਖਣਾ ਪਵੇਗਾ। ਚਾਹੇ ਅੰਗਰੇਜ਼ੀ 'ਚ ਲਿਖਣਾ ਹੋਵੇ, ਚਾਹੇ ਫਰੈਂਚ 'ਚ ਲਿਖਣਾ ਹੋਵੇ, ਉੱਥੇ ਬ੍ਰਹਮ ਹੀ ਲਿਖਣਾ ਪਵੇਗਾ, ਤਾਂ ਇਹਦੇ ਅਰਥ ਪੂਰਨ ਤੌਰ 'ਤੇ ਸਾਰਥਕ ਹੋਣਗੇ। ਜੇ ਉਹਨਾਂ ਭਾਸ਼ਾਵਾਂ ਦੇ ਸ਼ਬਦਾਂ ਮੁਤਾਬਕ ਇਹਦਾ ਅਰਥ ਲਿਖਿਆ ਜਾਵੇ ਨਾਮ ਬਦਲ ਕੇ, ਤਾਂ ਉਹ ਸੰਪੂਰਨ ਨਹੀਂ ਹੋਵੇਗਾ। ਬ੍ਰਹਮ ਦਾ ਮਤਲਬ ਹੈ ਵਿਆਪਕ, ਜੋ ਹਰ ਜ਼ਰਰੇ ਵਿੱਚ ਹੈ, ਹਰ ਕਣ ਵਿੱਚ ਹੈ। ਜਦੋਂ ਪਾਰ ਸ਼ਬਦ ਪਹਿਲਾਂ ਲਿਖ ਦਿੱਤਾ ਨਾ, ਪਾਰ ਬ੍ਰਹਮ, ਤੇ ਪਾਰ ਬ੍ਰਹਮ ਦਾ ਮਤਲਬ ਹੈ ਜਿਹਦੇ ਪਾਰ ਤੇ ਉਰਾਰ ਦਾ ਕੁਝ ਨਹੀਂ ਪਤਾ। ਸਮੁੰਦਰ ਦੇ ਕਿਨਾਰੇ ਤੇ ਖੜੇ ਉਰਲੇ ਪਾਸੇ ਤਾਂ ਤੁਹਾਨੂੰ ਉਰਾਰ ਦਿਸ ਰਿਹਾ ਨਾ, ਤੇ ਪਰਾਰ ਵੀ ਕਿਤੇ ਹੋਵੇਗਾ, ਪਰ ਬ੍ਰਹਮ ਪਰਮੇਸ਼ਰ ਐਸਾ ਹੈ ਜਿਹਦਾ ਨਾ ਉਰਲਾ ਕਿਨਾਰਾ ਕਿਹਾ ਜਾ ਸਕਦਾ, ਨਾ ਪਾਰਲਾ ਕਿਨਾਰਾ ਕਿਹਾ ਜਾ ਸਕਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਪਾਰ ਬ੍ਰਹਮ।
ਅਪਰੰਪਰ, ਪਾਰਾਵਾਰ ਤੋਂ ਰਹਿਤ, ਪਾਰੋਰਾਰ ਤੋਂ ਰਹਿਤ, ਉਹਨੂੰ ਕਹਿੰਦੇ ਨੇ ਅਪਰੰਪਰ। ਸੁਆਮੀ, ਸੁਆਮੀ ਕਹਿੰਦੇ ਨੇ ਮਾਲਕ ਨੂੰ, ਸੁਆਮੀ ਕਹਿੰਦੇ ਆ ਸਾਹਿਬ ਨੂੰ। ਉਹ ਸਾਡਾ ਸੁਆਮੀ ਆ, ਸਾਡਾ ਮਾਲਕ ਹੈ। ਅਸੀਂ ਸਭ ਉਹਦੇ ਦਾਸ ਹਾਂ ਤੇ ਸਾਡਾ ਸਭ ਦਾ ਸੁਆਮੀ ਉਹ ਪਰਮੇਸ਼ਰ ਹੈ। ਗੁਰੂ ਖਾਲਸੇ ਪੰਥ ਦੇ ਇੱਕ ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਜੀ ਹੋਏ। ਉਹਨਾਂ ਨੇ ਇੱਕ ਮਹਾਂਪੁਰਖ ਦੀ ਜੀਵਨੀ ਲਿਖੀ, ਜਿਸ ਮਹਾਂਪੁਰਖ ਦਾ ਨਾਮ ਹੈ ਸੁਆਮੀ ਰਾਮ ਤੀਰਥ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇਹ ਪੁਸਤਕ ਲਿਖੀ, ਭਾਸ਼ਾ ਵਿਭਾਗ ਪੰਜਾਬ ਤੋਂ ਇਹ ਪੁਸਤਕ ਛਪੀ ਮਿਲਦੀ। ਸੁਆਮੀ ਰਾਮ ਤੀਰਥ ਦੀ ਜੀਵਨੀ ਲਿਖਦਿਆਂ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਕਿ ਸੁਆਮੀ ਰਾਮ ਤੀਰਥ ਜੀ ਆਪਣੀ ਜੇਬ ਦੇ ਵਿੱਚ ਇੱਕ ਘੜੀ ਰੱਖਦੇ। ਉਹਨਾਂ ਵੇਲਿਆਂ ਵਿੱਚ ਪੈਂਡਲੂਮ ਘੜੀਆਂ ਹੁੰਦੀਆਂ, ਉਹ ਜੇਬ ਚੋਂ ਕੱਢ ਕੇ ਇੱਦਾਂ ਵੇਖਣਾ ਹੁੰਦਾ ਸਮਾਂ। ਪ੍ਰੋਫੈਸਰ ਸਨ, ਕਿਸੇ ਨੇ ਪੁੱਛ ਲੈਣਾ ਕਿ ਰਾਮ ਤੀਰਥ ਜੀ, ਉਹਨਾਂ ਦਾ ਪਹਿਲਾ ਨਾਮ ਤੀਰਥ ਰਾਮ ਸੀ, ਬਾਅਦ ਵਿੱਚ ਤਬਦੀਲ ਕਰਕੇ ਉਹ ਰਾਮ ਤੀਰਥ ਹੋ ਗਏ। ਕਹਿਣ ਲੱਗੇ ਸੁਆਮੀ ਜੀ ਟਾਈਮ ਕਿੰਨਾ ਹੋਇਆ? ਉਹਨਾਂ ਨੇ ਘੜੀ ਬਾਹਰ ਕੱਢਣੀ ਤੇ ਗੌਰ ਨਾਲ ਵੇਖਣਾ ਤੇ ਕਹਿਣਾ 1 ਵੱਜ ਗਿਆ। 1 ਕਿਸੇ ਨੇ ਸਵੇਰੇ ਟਾਈਮ ਪੁੱਛ ਲੈਣਾ, ਉਹਨਾਂ ਨੇ ਘੜੀ ਬਾਹਰ ਕੱਢਣੀ ਤੇ ਕਹਿਣਾ 1 ਵੱਜ ਗਿਆ। ਕਿਸੇ ਨੇ ਸ਼ਾਮ ਨੂੰ ਪੁੱਛਣਾ ਤੇ ਕਹਿਣਾ 1 ਵੱਜ ਗਿਆ। ਜਦੋਂ ਵੀ ਕਿਸੇ ਨੇ ਪੁੱਛ ਲੈਣਾ ਤੇ 1 ਹੀ ਕਹਿਣਾ। ਲੋਕਾਂ ਨੇ ਹੈਰਾਨ ਹੋ ਕੇ ਪੁੱਛਣਾ, ਰਾਮ ਤੀਰਥ ਜੀ ਕੀ ਇਹ ਘੜੀ ਤੁਹਾਡੀ ਰੁਕੀ ਹੋਈ ਹੈ? ਹਰ ਵੇਲੇ ਇਹਦੇ ਤੇ 1 ਹੀ ਵੱਜਾ ਰਹਿੰਦਾ? ਉਹਨਾਂ ਦਾ ਬੜਾ ਪਿਆਰਾ ਜਵਾਬ ਹੋਣਾ, ਕਹਿੰਦੇ ਰਾਮ ਦੀ ਘੜੀ ਹੈ, ਰਾਮ ਦੀ ਘੜੀ ਤੇ ਹਮੇਸ਼ਾ 1 ਹੀ ਰਹਿੰਦਾ, 2 ਤਾਂ ਇੱਥੇ ਹੈ ਹੀ ਨਹੀਂ। ਉਹ ਸੁਆਮੀ ਸ਼ਬਦ ਦੇ ਅਰਥ ਕਰਿਆ ਕਰਦੇ। ਮੈਨੂੰ ਸੁਆਮੀ ਤੋਂ ਹੀ ਇਹ ਬਚਨ ਉਹਨਾਂ ਦੇ ਜੀਵਨ ਦਾ ਚੇਤੇ ਆ ਗਿਆ। ਅੰਗਰੇਜ਼ੀ ਵਿੱਚ ਅਰਥ ਕਰਦੇ, ਸੋ ਐਮ ਆਈ, ਮੈਂ ਉਹ ਹਾਂ, ਯਾਨੀ ਕਿ ਰਾਮ ਦੀ ਅੰਸ਼ਾਂ, ਪਰਮੇਸ਼ਰ ਦੀ ਅੰਸ਼ਾਂ। ਇਹ ਵੀ ਅਰਥ ਕਰਿਆ ਕਰਦੇ ਸੁਆਮੀ ਦਾ। ਪਰ ਇੱਥੇ ਸੁਆਮੀ ਦਾ ਅਰਥ ਹੈ ਮਾਲਕ, ਪਰਮੇਸ਼ਰ, ਨਿਰੰਕਾਰ, ਜੋ ਸਾਰੇ ਜਗਤ ਦਾ ਸੁਆਮੀ ਹੈ। ਹਾਂਜੀ, ਸਗਲ ਘਟਾ ਕੇ ਅੰਤਰ ਜਾਮੀ, ਸਭ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਨੇ ਵਾਹਿਗੁਰੂ ਜੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹਨ। ਹਰ ਘਟ ਦੇ ਹਿਰਦੇ ਵਿੱਚ ਕੀ ਉਪਜ ਰਿਹਾ, ਕਿਸ ਦੇ ਹਿਰਦੇ 'ਚ ਕੀ ਸੰਕਲਪ ਹੈ, ਕੀ ਫੁਰਨਾ ਹੈ, ਉਹ ਜਾਣਦੇ ਹਨ। ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਅਰਦਾਸ ਦਾ ਪਹਿਲਾ ਅੱਖਰ ਐੜਾ ਹੈ ਹੀ ਅੰਤਰਜਾਮੀ ਦਾ ਵਾਚਕ। ਉਸ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੇ ਸਤਿਗੁਰੂ ਜੀ ਦੇ ਪਾਸ ਮੈਂ ਅਰਦਾਸ ਕਰਦਾ ਹਾਂ। ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਆਪਣੇ ਸਤਿਗੁਰੂ ਜੀ ਦੇ ਪਾਸ ਮੈਂ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ। ਅਰਦਾਸ ਕੇਵਲ ਲਫ਼ਜ਼ ਨਹੀਂ ਹਨ ਗੁਰੂ ਖਾਲਸਾ ਜੀ। ਕੇਵਲ ਬਾਹਰਲੇ ਜਿਹੜੇ ਸ਼ਬਦ ਅਸੀਂ ਬੋਲਦੇ ਹਾਂ, ਇਹ ਅਰਦਾਸ ਇੱਕ ਪ੍ਰਕਾਰ ਹੈ ਆਪਣੇ ਮਾਲਕ ਅੱਗੇ ਅਰਦਾਸ ਕਰਨ ਦਾ। ਅਸਲ ਵਿੱਚ ਇਹ ਅਰਦਾਸ ਆਤਮਾ ਦੀ ਪੁਕਾਰ ਹੈ ਉਸ ਪਰਮਾਤਮਾ ਤੱਕ। ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ, ਉਹ ਇਹ ਬਚਨ ਕਰਿਆ ਕਰਦੇ ਸਨ। ਕਹਿੰਦੇ ਕਿ ਜਿਹੜੀ ਇਹ ਅਰਦਾਸ ਹੈ, ਇਹ ਰੂਹ ਦੀ ਪੁਕਾਰ ਹੈ ਉਸ ਪਰਮਾਤਮਾ ਤੱਕ, ਆਤਮਾ ਦੀ ਪੁਕਾਰ ਹੈ ਉਸ ਪਰਮਾਤਮਾ ਤੱਕ ਕਿ ਹੇ ਪ੍ਰਮਾਤਮਾ ਸਾਨੂੰ ਆਪਣੇ 'ਚ ਭੇਦ ਕਰ ਲੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਇਹ ਪੁਕਾਰ ਹੈ ਅਕਾਲ ਪੁਰਖ ਦੇ ਚਰਨਾਂ 'ਚ। ਕਹਿੰਦੇ ਆਪਣੇ ਸਤਿਗੁਰੂ ਜੀ ਦੇ ਪਾਸ ਮੇਰੇ ਹਿਰਦੇ 'ਚੋਂ ਅਰਦਾਸ ਹੈ। ਕੀ ਅਰਦਾਸ ਕਰਦੇ ਨੇ ਦੱਸਦੇ ਹਨ, ਨਾਨਕ ਨਾਮ ਮਿਲੈ ਸਚ ਰਾਸ। ਹੇ ਸਤਿਗੁਰੂ ਜੀ, ਮੇਰੀ ਇਹ ਅਰਦਾਸ ਹੈ ਕਿ ਮੈਨੂੰ ਤੁਹਾਡਾ ਨਾਮ ਮਿਲੇ, ਆਪ ਜੀ ਦੇ ਅੰਮ੍ਰਿਤ ਨਾਮ ਦੀ ਮੈਨੂੰ ਪ੍ਰਾਪਤੀ ਹੋਵੇ, ਕਿਉਂਕਿ ਆਪ ਜੀ ਦਾ ਬਖਸ਼ਿਆ ਹੋਇਆ ਇਹੀ ਨਾਮ ਮੇਰੇ ਵਾਸਤੇ ਸੱਚੀ ਪੂੰਜੀ ਹੈ। ਸੱਚ ਰਾਸ,
ਇਹ ਸੱਚੀ ਰਾਸ਼ੀ ਹੈ ਮੇਰੇ ਲਈ, ਸੱਚੀ ਪੂੰਜੀ ਹੈ ਜਿਹੜੀ ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਮੇਰੇ ਨਾਲ ਨਿਭਣੀ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਦੇ ਹਨ। ਕਣ ਬਿਨਾ ਜੈਸੇ ਥੋਥਰ ਤੁਖਾ। ਕਣ ਦਾਣੇ ਤੋਂ ਬਿਨਾ, ਜਿਵੇਂ ਛਿਲਕਾ ਕਿਸੇ ਕੰਮ ਦਾ ਨਹੀਂ ਹੁੰਦਾ, ਨਿਕੰਮਾ ਹੁੰਦਾ। ਛਿਲਕਾ ਜਿਹੜਾ ਉਹ ਨਿਕੰਮਾ ਹੁੰਦਾ, ਦਾਣੇ ਤੋਂ ਬਿਨਾ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਉਹਦੀ ਲੋੜ ਵੀ ਹੁੰਦੀ ਹੈ। ਜੇ ਕੁਦਰਤੀ ਤੌਰ ਤੇ ਉਸ ਬੀਜ ਨੂੰ ਬੀਜਣਾ ਹੋਵੇ ਤੇ ਛਿਲਕੇ ਸਮੇਤ ਬੀਜਣਾ ਪੈਂਦਾ, ਪਰ ਦਾਣੇ ਤੋਂ ਬਿਨਾ ਉਹ ਛਿਲਕਾ ਕਿਸੇ ਕੰਮ ਦਾ ਨਹੀਂ। ਕਈ ਪੁੱਛਦੇ ਹੈ ਕਿ ਬਾਹਰੋਂ ਧਰਮੀ ਲਿਬਾਸ ਰੱਖਣਾ ਜ਼ਰੂਰੀ ਹੈ, ਬਾਹਰੋਂ ਗਾਤਰਾ ਪਾਉਣਾ, ਬਾਹਰੋਂ 5 ਕੱਕਿਆਂ ਦੀ ਮਰਿਆਦਾ ਰੱਖਣੀ, ਇਹ ਧਾਰਮਿਕ ਵੇਸ਼, ਧਾਰਮਿਕ ਸਵਰੂਪ ਬਾਹਰੋਂ ਧਾਰਨ ਕਰਨਾ, ਕੀ ਇਹ ਜ਼ਰੂਰੀ ਹੈ? ਜੇ ਅੰਦਰੋਂ ਧਰਮੀ ਹੋਇਆ ਜਾਵੇ ਤਾਂ ਬਹੁਤ ਹੈ। ਕੀ ਭੇਖ ਦੀ ਜ਼ਰੂਰਤ ਹੈ? ਦੁਨੀਆ ਦੇ ਜਿੰਨੇ ਵੀ ਮਤ ਮਤਾਂਤਰ ਨੇ, ਹਰ ਇੱਕ ਮਤ ਮਤਾਂਤਰ ਦੇ ਮਹਾਂਪੁਰਸ਼ਾਂ ਨੇ, ਰਿਸ਼ੀਆਂ ਮੁਨੀਆਂ ਨੇ ਆਪਣੇ ਅਨੁਯਾਈਆਂ ਨੂੰ ਕੋਈ ਨਾ ਕੋਈ ਭੇਖ ਦਿੱਤਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਆਹ ਸਰੂਪ ਬਖਸ਼ਿਸ਼ ਕੀਤਾ 5 ਕੱਕਿਆਂ ਦੀ ਮਰਿਆਦਾ ਵਾਲਾ। ਇਹਦਾ ਮਤਲਬ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਕਿ ਬਾਹਰਲੇ ਲਿਬਾਸ ਦੀ, ਧਰਮੀ ਭੇਖ ਦੀ ਜ਼ਰੂਰਤ ਹੈ। ਜੇ ਅੰਦਰੋਂ ਧਰਮੀ ਬਣ ਜਾਈਏ ਤਾਂ ਕਾਫੀ ਨਹੀਂ। ਚਾਵਲ ਦਾ ਦਾਣਾ ਜੇ ਛਿਲਕੇ ਚੋਂ ਬਾਹਰ ਕੱਢ ਕੇ ਰੱਖ ਦਿੱਤਾ ਜਾਏ, ਉਹ ਖਾਣ ਦੇ ਤਾਂ ਕੰਮ ਆ ਜਾਏਗਾ, ਪੇਟ ਭਰਨ ਦੇ। ਉਹਦੇ ਨਾਲ ਸਾਨੂੰ ਆਨੰਦਿਤ ਹੋ ਜਾਵਾਂਗੇ, ਛਕਣ ਤੋਂ ਬਾਅਦ ਪੇਟ ਭਰ ਜਾਏਗਾ, ਉਹ ਕੰਮ ਆ ਗਿਆ। ਪਰ ਉਹ ਜਿਹੜਾ ਕੱਲਾ ਛਿਲਕਾ ਹੈ, ਉਸ ਚਾਵਲ ਦੇ ਦਾਣੇ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਪਰ ਜੇ ਉਸੇ ਬੀਜ ਨੂੰ ਬੀਜਣਾ ਹੋਵੇ, ਫਿਰ ਛਿਲਕੇ ਦੇ ਸਮੇਤ ਉਹ ਚਾਵਲ ਦਾ ਦਾਣਾ ਬੀਜਾਂਗੇ ਤੇ ਉੱਗੇਗਾ। ਜੇ ਕੱਲਾ ਚਾਵਲ ਦਾ ਦਾਣਾ ਛਿਲਕੇ ਤੋਂ ਬਿਨਾਂ ਬੀਜਿਆ ਜਾਏਗਾ ਤੇ ਨਹੀਂ ਉੱਗੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਧਰਮ ਦਾ ਵਾਧਾ ਹੋਵੇ, ਹੋਰ ਅੱਗੇ ਵਧਣ ਫੁੱਲਣ, ਹੋਰ ਸਾਡਾ ਵਾਧਾ ਹੋਵੇ, ਅਸੀਂ ਹੋਰ ਵਧੀਏ ਫੁੱਲੀਏ, ਤਾਂ ਫਿਰ ਬਾਹਰਲੇ ਲਿਬਾਸ ਦੀ ਜ਼ਰੂਰਤ ਹੈ, ਧਰਮੀ ਲਿਬਾਸ ਦੀ ਜ਼ਰੂਰਤ ਹੈ। ਅੰਦਰੋਂ ਵੀ ਧਰਮੀ ਹੋਣਾ ਚਾਹੀਏ। ਜੇ ਕੱਲਾ ਅੰਦਰੋਂ ਧਰਮੀ ਹੋ, ਆਪਣਾ ਆਪ ਤਾਂ ਉਧਾਰ ਕਰ ਲਓਗੇ, ਪਰ ਤੁਸੀਂ ਗੁਰੂ ਪੰਥ ਦੇ ਵਾਧੇ ਵਿੱਚ ਕਿਸੇ ਪ੍ਰਕਾਰ ਦਾ ਯੋਗਦਾਨ ਨਹੀਂ ਪਾ ਸਕੋਗੇ। ਜੇ 5 ਕੱਕਿਆਂ ਦੀ ਮਰਿਆਦਾ ਸਹਿਤ ਕੇਸਾ ਧਾਰੀ ਸਾਬਤ ਸੂਰਤ ਹੋ ਕੇ ਵਿਚਰੋਗੇ, ਤੁਹਾਡੇ ਸਵਰੂਪ ਤੋਂ, ਤੁਹਾਡੇ ਨਿਤਨੇਮ ਤੋਂ, ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਹੋਰ ਵੀ ਅਨੇਕਾਂ ਆਖਣਗੇ ਹਾਂ ਅਸੀਂ ਵੀ ਸਿੱਖੀ ਧਾਰਨ ਕਰੀਏ। ਪਰ ਜੇ ਆਮ ਵਰਗੇ ਹੀ ਹੋ ਗਏ, ਦੂਜਿਆਂ ਵਾਂਗੂ ਹੀ ਹੋ ਗਏ, ਭਜਨ ਕਰਕੇ ਆਪਣਾ ਆਪ ਤਾਂ ਉਧਾਰ ਲਓਗੇ, ਪਰ ਸਿੱਖੀ ਦੇ ਵਾਧੇ ਵਿੱਚ ਤੁਹਾਡਾ ਕੋਈ ਯੋਗਦਾਨ ਨਹੀਂ ਹੋਵੇਗਾ। ਇਸ ਕਰਕੇ ਲਿਬਾਸ ਵੀ ਜ਼ਰੂਰੀ ਹੈ। ਬਾਹਰੋਂ ਧਰਮੀ ਚਿੰਨ੍ਹ ਜਿਹੜੇ ਸਾਨੂੰ ਗੁਰਦੇਵ ਨੇ ਬਖਸ਼ਿਸ਼ ਕੀਤੇ ਨੇ, ਉਹ ਅਤੀ ਜ਼ਰੂਰੀ ਨੇ। ਆਮ ਕਰਕੇ ਕਈ ਕਹਿ ਦਿੰਦੇ ਆ ਅਸੀਂ ਮਨ ਕਰਕੇ ਧਰਮੀ ਹਾਂ ਜੀ, ਮਨ ਕਰਕੇ ਅਸੀਂ ਬੜੇ ਪਵਿੱਤਰ ਹਾਂ, ਸਾਨੂੰ ਬਾਹਰੋਂ ਖੰਡੇ ਬਾਟੇ ਦੀ ਪੋਲ ਦੀ ਲੋੜ ਨਹੀਂ ਹੈ। ਤਾਂ ਉਹ ਇਹ ਭਰਮ ਆਪਣੇ ਹਿਰਦੇ 'ਚੋਂ ਤਿਆਗ ਦੇਣ। ਖੈਰ, ਇੱਥੇ ਵਿਚਾਰ ਚੱਲ ਰਹੀ ਹੈ ਕਿ ਜਿਵੇਂ ਦਾਣੇ ਤੋਂ ਬਿਨਾਂ ਜਿਹੜਾ ਤੁੱਖ ਹੈ, ਛਿਲਕਾ, ਥੋਥਰ, ਖਾਲੀ ਛਿਲਕਾ, ਉਹ ਕਿਸੇ ਕੰਮ ਨਹੀਂ ਆਉਂਦਾ, ਨਿਕੰਮਾ ਹੈ। ਨਾਮ ਬਿਹੂਨ ਸੂਨੇ ਸੇ ਮੁਖਾ। ਉਦਾਹਰਨ ਦੇ ਕੇ ਮਹਾਰਾਜ ਜੀ ਸਮਝਾਉਂਦੇ ਇਸੇ ਤਰ੍ਹਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੇ ਇਹ ਮੁਖ ਨੇ, ਇਹ ਵੀ ਸੁੰਨੇ, ਜਿਹੜੇ ਨਾਮ ਤੋਂ ਬਿਨਾਂ ਸੁੰਨੇ ਮੁਖ ਨੇ, ਨਾਮ ਨਹੀਂ ਜਪਦੇ ਆਪਣੇ ਮੁਖ ਦੁਆਰਾ, ਕਹਿੰਦੇ ਉਹ ਮੂੰਹ ਵੀ ਨਿਕੰਮੇ ਤੇ ਨਿਸ਼ਫਲ ਨੇ, ਉਹਨਾਂ ਮੂੰਹਾਂ ਦਾ ਕੋਈ ਮਤਲਬ ਨਹੀਂ। ਉਹਦੇ ਬਾਬਤ ਗੁਰਦੇਵ ਇਉਂ ਬਚਨ ਕਰਦੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜਿਹੜੀ ਜ਼ੁਬਾਨ, ਜਿਹੜੀ ਰਸਨਾ ਪਰਮੇਸ਼ਰ ਦਾ ਭਜਨ ਨਹੀਂ ਕਰਦੀ, ਉਹ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਦਿਓ, ਉਹਦਾ ਕੋਈ ਮਤਲਬ ਨਹੀਂ, ਕੋਈ ਪ੍ਰਯੋਜਨ ਨਹੀਂ। ਪਰ ਜਿਹੜਾ ਮੁਖ ਪਰਮੇਸ਼ਰ ਦਾ ਨਾਮ ਜਪਦਾ, ਮਹਾਰਾਜ ਕਹਿੰਦੇ ਉਹ ਮੁਖ ਸੁਹਾਵੇ ਨੇ, ਉਹ ਮੁਖ ਸ਼ੋਭਨੀਕ ਨੇ। ਪਰ ਜਿਨ੍ਹਾਂ ਮੁਖਾਂ ਵਿੱਚੋਂ ਪਰਮੇਸ਼ਰ ਦਾ ਨਾਮ ਨਹੀਂ ਉਚਰਿਆ ਜਾਂਦਾ,
ਉਹ ਮੁੱਖ ਨਿਕੰਮੇ ਨੇ, ਜਿਵੇਂ ਦਾਣੇ ਤੋਂ ਬਿਨਾਂ ਛਿਲਕਾ ਨਿਕੰਮਾ ਹੈ। ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਇਹ ਪ੍ਰਾਣਾਂ ਵਾਲੇ ਪ੍ਰਾਣੀ, ਆਪਾਂ ਸਾਰੇ ਪ੍ਰਾਣ ਧਾਰੀ ਆ ਨਾ, ਸਭ 'ਚ ਪ੍ਰਾਣ ਚੱਲਦੇ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਪੰਜਵੇਂ ਪਾਤਸ਼ਾਹ, ਹੇ ਪ੍ਰਾਣਾਂ ਵਾਲਿਓ ਪ੍ਰਾਣੀਓ, 5 ਪ੍ਰਕਾਰ ਦੇ ਪ੍ਰਾਣਾਂ ਨੂੰ ਧਾਰਨ ਕਰਨ ਵਾਲੇ ਪ੍ਰਾਣੀਓ, ਸੁਣੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ, ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਨਿਤ ਜਪੋ, ਨਿਤਾ ਪ੍ਰਤੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ। ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਦੇਹ ਤ੍ਰਿਗ ਹੈ, ਇਹਦੇ ਤੇ ਤਰਕਾਰ ਹੈ। ਮਹਾਂਪੁਰਖ ਦੱਸਦੇ ਆ ਵੀ 100 ਵਾਰੀ ਕਿਸੇ ਨੂੰ ਫਿਟੇ ਮੂੰਹ, 100 ਵਾਰੀ ਲਾਹਨਤ ਪਾਓ ਤੇ 1 ਵਾਰੀ ਫਿਟੇ ਮੂੰਹ ਬਣਦਾ ਹੈ, ਜਾਂ ਇਦਾਂ ਕਹਿੰਦੇ 100 ਵਾਰੀ ਫਿਟੇ ਮੂੰਹ ਕਹੋ ਤੇ 1 ਲਾਹਨਤ ਬਣਦੀ ਹੈ। 100 ਵਾਰੀ ਲਾਹਨਤ ਪਾਓ ਤੇ 1 ਤ੍ਰਿਗ ਬਣਦਾ ਹੈ। ਪਾਤਸ਼ਾਹ ਕਹਿੰਦੇ ਉਹ ਦੇਹਾਂ ਤ੍ਰਿਗ ਨੇ ਜਿਹੜੀਆਂ ਪਰਮੇਸ਼ਰ ਦੇ ਨਾਮ ਤੋਂ ਵਿਹੂਣੀਆਂ ਨੇ। ਜਿਨ ਸੁੰਝੀ ਦੇਹ ਫਿਰੈ ਬਿਨ ਨਾਮੈ, ਓਏ ਖੱਪ ਖੱਪ ਮੂਏ ਕਰੰਝਾ। ਪਰਮੇਸ਼ਰ ਦੇ ਭਜਨ ਤੋਂ ਵਿਹੂਣੀਆਂ ਜਿਹੜੀਆਂ ਦੇਹਾਂ ਹਨ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਨਾਂ ਤੇ ਤਰਕਾਰ ਹੈ, ਔਰ ਉਹ ਬੇਗਾਨੀਆਂ ਨੇ। ਬੇਗਾਨੀਆਂ ਦਾ ਮਤਲਬ ਕਾਲ ਦਾ ਖਾਜਾ ਨੇ, ਅੱਗ ਦੇ ਵਿੱਚ ਉਹਨਾਂ ਨੇ ਸੜ ਕੇ ਸਵਾਹ ਹੋ ਜਾਣਾ ਹੈ। ਰਹਾਉ ਨਾਮ ਬਿਨਾ ਨਾਹੀ ਮੁਖ ਭਾਗ। ਪਰਮੇਸ਼ਰ ਦੇ ਨਾਮ ਤੋਂ ਬਿਨਾ ਮੱਥੇ ਤੇ ਚੰਗੇ ਭਾਗ ਨਹੀਂ ਬਣਦੇ। ਕਈ ਕਹਿੰਦੇ ਜੀ ਸਾਡੇ ਭਾਗ ਨਹੀਂ ਚੰਗੇ। ਮਹਾਰਾਜ ਜੀ ਕਹਿੰਦੇ ਨਾਮ ਜਪੋ, ਨਾਮ ਦੀ ਸਾਧਨਾ ਨਾਲ ਤੁਹਾਡੇ ਭਾਗ ਆਪਣੇ ਆਪ ਹੀ ਚੰਗੇ ਹੋ ਜਾਣਗੇ। ਨਾਮ ਦਾ ਜਾਪ ਚੰਗੇ ਭਾਗ ਬਣਾਉਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਮੱਥੇ ਤੇ ਚੰਗੇ ਭਾਗ ਨਹੀਂ ਬਣਦੇ। ਭਰਤ ਬਿਹੂਨ ਕਹਾ ਸੁਹਾਗ। ਇਹ ਦੱਸੋ ਭਲਾ, ਜਿਸ ਇਸਤਰੀ ਦਾ ਪਤੀ ਨਾ ਹੋਵੇ ਉਹ ਸੁਹਾਗਣ ਗਿਣੀ ਜਾ ਸਕਦੀ ਹੈ? ਜਿਸ ਇਸਤਰੀ ਦਾ ਪਤੀ ਚਲਾਣਾ ਕਰ ਜਾਏ, ਪਤੀ ਹੋਵੇ ਨਾ ਸਿਰ ਤੇ, ਉਹਨੂੰ ਸੁਹਾਗਣ ਨਹੀਂ ਗਿਣਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਤੋਂ ਵਿਹੂਣੇ ਬੰਦੇ ਐ, ਉਹ ਭਾਗਾਂ ਵਾਲੇ ਨਹੀਂ ਕਹੇ ਜਾ ਸਕਦੇ, ਨਿਭਾਗੇ ਨੇ। ਆਮ ਕਰਕੇ ਕਹਿ ਦਿੰਦੇ ਜੀ ਵੇਖੋ ਫਲਾਣੇ ਬੰਦੇ ਇੰਨੇ ਪਾਪ ਕਰਦੇ ਆ, ਨਾਮ ਨਹੀਂ ਜਪਦੇ, ਫਿਰ ਵੀ ਬੜੇ ਸੁਖੀ ਨੇ, ਬੜੇ ਭਾਗ ਨੇ ਉਹਨਾਂ ਦੇ। ਮਹਾਰਾਜ ਜੀ ਕਹਿੰਦੇ ਕਾਹਦੇ ਭਾਗ ਬਈ? ਸੁਹਾਗ ਤੋਂ ਬਿਨਾਂ ਇਸਤਰੀ ਕਿਵੇਂ ਸੁਹਾਗਣ ਹੋ ਸਕਦੀ ਹੈ? ਇਸੇ ਤਰ੍ਹਾਂ ਨਾਮ ਦੇ ਜਾਪ ਤੋਂ ਬਿਨਾਂ ਇਹ ਮਨੁੱਖੇ ਜੀਵ ਭਾਗਾਂ ਵਾਲਾ ਨਹੀਂ ਹੋ ਸਕਦਾ। ਨਾਮ ਵਿਸਾਰ ਲੱਗੈ ਅਨ ਸੁਆਏ। ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਜਿਹੜੇ ਬੰਦੇ ਹੋਰ ਸਵਾਦਾਂ ਵਿੱਚ, ਹੋਰ ਸਵਾਰਥਾਂ ਵਿੱਚ ਲੱਗੇ ਹੋਏ ਨੇ, ਉਲਝੇ ਹੋਏ ਨੇ, ਤਾਂ ਕੀ ਆਸ ਨਾ ਪੂਜੈ ਕਾਏ। ਉਹਨਾਂ ਦੀ ਕਿਤੇ ਵੀ ਆਸ ਪੂਰੀ ਨਹੀਂ ਹੁੰਦੀ। ਉਹਨਾਂ ਦੀ ਕੋਈ ਆਸ ਪੂਰੀ ਨਹੀਂ ਹੁੰਦੀ। ਆਸਾ ਵਿੱਚ ਹੀ ਉਹਨਾਂ ਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਔਰ ਆਸਾ 'ਚ ਹੀ ਮਰ ਜਾਂਦੇ ਆ, ਮੁੜ ਕੇ ਫਿਰ ਆਸਾ 'ਚ ਹੀ ਜੰਮ ਪੈਂਦੇ ਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਉਹਦੀ ਆਰਾਧਨਾ ਤੋਂ ਬਿਨਾਂ, ਜਿਹੜੇ ਸੰਸਾਰ ਦੇ ਹੋਰ ਸਵਾਰਥਾਂ 'ਚ ਉਲਝੇ ਹੋਏ ਨੇ, ਉਹਨਾਂ ਦੀ ਕੋਈ ਵੀ ਆਸ ਪੂਰਨ ਨਹੀਂ ਹੁੰਦੀ। ਕਰ ਕਿਰਪਾ ਪ੍ਰਭ ਆਪਣੀ ਦਾਤ। ਹੇ ਪ੍ਰਭੂ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਹੇ ਪਰਮੇਸ਼ਰ, ਹੇ ਸੁਆਮੀ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਅਕਾਲ ਪੁਰਖ ਜੀਓ,